ਗੁਰ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਭੰਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿਤ ਸਨਮੁਖ ਰਹੋ। ਕਲ ਯੁਗ ਜਹਾਜ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਾਗ ਬੇਤਰਹੁ। ਸਰਨ ਨਾਥ ਤੋਰੀ, ਸਰਨ ਜੋਗ ਸਰਣੰ। ਪ੍ਰਭੂ ਦਰਸ ਪਾਏ, ਮਿਟੇ ਜਨਮ ਮਰਣੰ। ਮਮ ਪਾਹ ਤੁਐ ਸਰਣ ਆਏ। ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨ ਦੇਈ ਬੰਨ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨ ਦੇਈ ਬੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਅੱਜ ਸਾਧ ਸੰਗਤ ਜੀ, ਜੇਠ ਦੀ ਸੰਗਰਾਂਦ ਦਾ ਦਿਹਾੜਾ ਹੈ। ਆਪ ਸਰਬੱਤ ਸੰਗਤਾਂ ਹਜੂਰ ਦੇ ਦਰਸ਼ਨ ਦਿਦਾਰੇ ਕਰਕੇ ਨਿਹਾਲ ਹੋ ਰਹੇ ਹੋ। ਮਹਾਰਾਜ ਜੀ ਵਿਸ਼ੇਸ਼ ਕਰਕੇ ਪ੍ਰਸੰਨ ਹੋਏ ਹਨ। ਜਿਹੇ ਸਤਿਗੁਰ ਸੋ ਪ੍ਰਸੰਨ, ਸ਼ਬਦ ਲਗ ਭਵਜਲ ਤਾਰੇ। ਜਿਨ੍ਹਾਂ ਤੇ ਹਜੂਰ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ, ਜਿਨ੍ਹਾਂ ਨਾਲ ਹਜੂਰ ਵਿਸ਼ੇਸ਼ ਕਰਕੇ ਪਿਆਰ ਕਰਦੇ ਹਨ, ਮਹਾਰਾਜ ਜੀ ਉਹਨਾਂ ਦੀ ਝੋਲੀ ਵਿੱਚ ਸਤ ਸੰਗਤ ਬਖਸ਼ਦੇ ਹਨ। ਉਹਨਾਂ ਦੀ ਝੋਲੀ ਵਿੱਚ ਨਾਮ ਦਾ ਦਾਨ ਹਜੂਰ ਬਖਸ਼ਦੇ ਹਨ। ਉਹਨਾਂ ਗੁਰਸਿੱਖਾਂ ਦਾ ਮਨ ਸਤ ਸੰਗਤ ਵਿੱਚ ਫਿਰ ਟਿਕ ਜਾਂਦਾ ਹੈ। ਇੱਕ ਟੱਕ ਹਜੂਰ ਦੇ ਦਰਸ਼ਨ ਕਰਦੇ ਹਨ ਨੇਤਰਾਂ ਕਰਕੇ, ਸਰਵਣਾ ਕਰਕੇ। ਹੋਰ ਉਹਨਾਂ ਨੂੰ ਕੁਝ ਸੁਣਨਾ ਪਸੰਦ ਹੀ ਨਹੀਂ ਹੁੰਦਾ। ਜਿਨ੍ਹਾਂ ਤੇ ਸਤਿਗੁਰਾਂ ਦੀ ਵਿਸ਼ੇਸ਼ ਕਰਕੇ ਕਿਰਪਾ ਹੁੰਦੀ ਹੈ, ਉਹ ਫਿਰ ਹਜੂਰ ਦੀ ਸ਼ਬਦ ਦੀ ਕਥਾ ਕੀਰਤਨ
ਮਨ ਚਿੱਤ ਬਿਰਕਤੀਆਂ ਇਕਾਗਰ ਕਰਕੇ ਸ਼ਰਵਣ ਕਰਦੇ ਹਨ। ਜਿਸ ਤਰ੍ਹਾਂ ਹਜੂਰ ਨੂੰ ਪੁੱਛਿਆ ਸੀ ਮਹਾਰਾਜ, ਕਲਯੁਗ ਚੜ੍ਹਿਓ ਅਸੰਭ, ਜਗਤ ਕਵਨ ਬਿਦ ਬਾਚ ਹੈ। ਹਜੂਰ ਇਹ ਕਲਯੁਗ ਦਾ ਭਾਰੀ ਸਮਾਂ ਮਹਾਰਾਜ ਜੀ ਪ੍ਰਤਾਪ ਦੇ ਸਹਿਤ ਚੜ੍ਹਿਆ ਹੈ। ਜਗਤ ਦੀ ਹਾਲਤ ਕੈਸੀ ਹੈ? ਹਜੂਰ ਵੈਸੇ ਤਾਂ ਸ਼ਬਦ ਵਿੱਚ ਆਉਣ ਨੂੰ ਮਹਾਰਾਜ ਜੀ ਗੁਰੂ ਘਰ ਦਿਲ ਹੀ ਨਹੀਂ ਕਰਦਾ ਕਿਸੇ ਦਾ। ਜੇ ਆ ਜਾਈਏ 5 ਮਿੰਟ ਬੈਠਣਾ ਔਖਾ ਹੋਵੇਗਾ। ਮਹਾਰਾਜ ਜੀ ਕਿਰਪਾ ਕਰੋ। ਇਹ ਵਿਕਾਰ ਨਰਾਦਰੀ ਕਰਦੇ ਹਨ। ਇਹ ਮਹਾਰਾਜ ਜੀ ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਮਹਾਰਾਜ ਜੀ ਉਮਰ ਲੰਘਦੀ ਜਾ ਰਹੀ ਹੈ। ਜਗਤ ਮਹਾਰਾਜ ਜੀ ਕਿਵੇਂ ਬਚੇਗਾ? ਹਜੂਰ ਕਹਿੰਦੇ ਹਨ, ਰੰਗੋ ਇੱਕ ਹੈ ਰੰਗ, ਤਬ ਛੁਟ ਹੋ ਕਲ ਕਾਲ ਤੇ। ਇੱਕ ਅਕਾਲ ਪੁਰਖ ਦੀ ਸ਼ਰਨ ਲੈ ਲਾ ਗੁਰਸਿੱਖਾ, ਇਸ ਕਾਲ ਦੀ ਫਾਹੀ ਤੋਂ ਬਚ ਜਾਵੇਂਗਾ। ਸੁਰਖਰੂ ਹੋ ਕੇ ਇਸ ਸੰਸਾਰ ਤੋਂ ਜਾਵੇਂਗਾ। ਸਾਧ ਸੰਗਤ ਜੀ, ਜਿੱਥੇ ਹਜੂਰ ਨੇ ਗੁਰਬਾਣੀ ਦੇ ਵਿੱਚ ਦਿਨਾਂ ਦੇ ਦੁਆਰਾ, ਰੁੱਤਾਂ ਦੇ ਦੁਆਰਾ, ਥਿਤੀਆਂ ਦੁਆਰਾ ਹਜੂਰ ਨੇ ਉਪਦੇਸ਼ ਦਿੱਤੇ ਹਨ, ਉੱਥੇ ਹੀ ਹਜੂਰ ਨੇ 12 ਮਹੀਨਿਆਂ ਦੁਆਰਾ ਗੁਰਸਿੱਖਾਂ ਨੂੰ ਉਪਦੇਸ਼ ਦਿੱਤੇ ਹਨ। ਜਿੱਥੇ ਮੰਨਿਆ ਜਾਂਦਾ ਹੈ ਕਿ ਜੋ ਸਭ ਤੋਂ ਵੱਡਾ ਹੁੰਦਾ ਹੈ, ਭਾਵ ਘਰ ਦੇ ਵਿੱਚ ਜਾਂ ਉਸ ਸਮੇਂ ਪੁਰਾਤਨ ਭਾਰਤ ਵੰਸ਼ ਦੀ ਧਰਤੀ ਤੇ ਮੰਨਿਆ ਜਾਂਦਾ ਸੀ, ਬ੍ਰਾਹਮਣ ਜੋ ਸਭ ਤੋਂ ਵੱਡੇ ਪੂਜਨੀਕ ਮੰਨੇ ਜਾਂਦੇ ਸਨ, ਜੇ ਮਹੀਨੇ ਦਾ ਫਲਾਦੇਸ਼ ਉਪਦੇਸ਼ ਉਹਨਾਂ ਤੋਂ ਸੁਣਿਆ ਜਾਵੇ ਤਾਂ ਸਾਰਾ ਮਹੀਨਾ ਹੀ ਸਫਲ ਹੁੰਦਾ ਹੈ। ਸਾਧ ਸੰਗਤ ਜੀ, ਜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਸਾਨੂੰ ਸਤ ਸੰਗਤ ਬਖਸ਼ੀ ਹੈ, ਹਜੂਰ ਚਾਹੁੰਦੇ ਹਨ ਸਾਧ ਸੰਗਤ ਜੀ ਅਸੀਂ ਵੀ ਮਹੀਨੇ ਦਾ ਫਲਾਦੇਸ਼ ਸੁਣੀਏ। ਸਭ ਤੋਂ ਵੱਡਾ ਸਤਿਗੁਰ ਨਾਨਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਖਾਰ ਬਿੰਦ ਤੋਂ ਸਾਧ ਸੰਗਤ ਜੀ ਭਾਗ ਜਾਗੇ ਹਨ। ਹਜੂਰ ਸਤ ਸੰਗਤ ਵਿੱਚ ਲੈ ਕੇ ਆਏ ਹਨ। ਆਓ ਦੋਨੋਂ ਹੱਥ ਜੋੜ ਕੇ ਹਜੂਰ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ। ਅੰਮ੍ਰਿਤ ਬਚਨ ਕੀ ਬ੍ਰਿਸ਼ਟ ਕਰ, ਕਿਰਪਾ ਦ੍ਰਿਸ਼ਟ ਕੇ ਸਾਥ। ਹਜੂਰ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਦੇ ਹਨ ਤੇ ਗੁਰਸਿੱਖਾਂ ਤੇ ਕਿਰਪਾ ਦੀ ਦ੍ਰਿਸ਼ਟੀ ਪਾਉਂਦੇ ਹਨ। ਆਓ ਸਾਧ ਸੰਗਤ ਜੀ, ਕਥਾ ਸ਼ਰਵਣ ਕਰਨ ਤੋਂ ਪਹਿਲਾਂ ਸੱਚੇ ਸਤਿਗੁਰਾਂ ਨੂੰ ਅਦਬ ਸਹਿਤ ਸੀਸ ਝੁਕਾਉਂਦੇ ਹੋਏ ਦੋਨੋਂ ਹੱਥ ਜੋੜ ਕੇ ਆਪਣੀ ਇਸ ਦੇਹੀ ਦੇ ਕਲਿਆਣ ਵਾਸਤੇ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ। ਮਹਾਰਾਜ ਜੀ, ਸਾਧ ਸੰਗਤ ਜੀ, ਜਿਸ ਸਮੇਂ ਸ਼ਬਦ ਦੀ ਉਥਾਨਕਾ ਜਿਸ ਤਰ੍ਹਾਂ ਦੱਸੀ ਜਾਂਦੀ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ ਹਜੂਰ ਭਾਗ ਲਾ ਰਹੇ ਹਨ। ਮਹਾਰਾਜ ਜੀਆਂ ਦੇ ਪਾਸ ਇੱਕ ਵਿਦਵਾਨ ਬ੍ਰਾਹਮਣ ਆਇਆ ਹੈ, ਜੋ ਬੜਾ ਸੰਸਕ੍ਰਿਤ ਜਿਸ ਨੇ ਪੜ੍ਹੀ ਹੈ, ਵੇਦ ਸ਼ਾਸਤਰ ਦਾ ਗਿਆਤਾ ਹੈ, ਜੋ ਭਾਈ ਸਾਲੋ ਜੀਆਂ ਦੇ ਪਾਸ ਉਥੇ ਧਰਮਸ਼ਾਲਾ ਦੇ ਕੋਲ ਰਿਹਾ ਕਰਦਾ ਸੀ। ਹਜੂਰ ਪਾਸ ਆ ਕੇ ਜਦੋਂ ਇਸ ਨੇ ਬੇਨਤੀ ਕੀਤੀ, ਮਹਾਰਾਜ ਜੀ ਬਹੁਤ ਵਿਦਿਆ ਪੜ੍ਹੀ ਹੈ, ਹਜੂਰ ਕਿਰਪਾ ਕਰੋ। ਸੰਗਰਾਂਦ ਵਾਲੇ ਦਿਨ ਜਿਸ ਸਮੇਂ ਗੁਰਸਿੱਖ ਸੰਗਤਾਂ ਇਕੱਤਰ ਹੁੰਦੀਆਂ ਹਨ, ਮਹਾਰਾਜ ਜੀ ਮੈਂ ਨਾਮ ਦਾ ਉਪਦੇਸ਼ ਜਿਸ ਤਰ੍ਹਾਂ ਹਜੂਰ ਜੋ ਪੜ੍ਹਿਆ ਹੈ ਸੰਗਤਾਂ ਨੂੰ ਕਥਾ ਕਰਕੇ ਸੁਣਾਵਾ ਕਰਾਂਗਾ, ਉਸ ਨਾਲ ਜੋ ਕਾਰ ਭੇਟਾ ਸੰਗਤ ਦਿਆ ਕਰੇਗੀ, ਮਹਾਰਾਜ ਜੀ ਮੇਰਾ ਗੁਜ਼ਾਰਾ ਚੱਲ ਜਾਇਆ ਕਰੇਗਾ। ਹਜੂਰ ਨੇ ਸਾਧ ਸੰਗਤ ਜੀ ਦਇਆ ਦੇ ਘਰ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਉਸ ਬ੍ਰਾਹਮਣ ਦੀ ਫਰਿਆਦ ਸੁਣ ਕੇ ਜਿਸ ਸਮੇਂ ਬ੍ਰਾਹਮਣ ਉੱਥੇ ਕਥਾ ਕਰਨ ਲੱਗਾ, ਥੋੜਾ ਸਮਾਂ ਬੀਤਦਾ ਗਿਆ। ਜਿਸ ਤਰ੍ਹਾਂ ਸਾਧ ਸੰਗਤ ਜੀ ਚੇਤ ਦੀ ਸੰਗਰਾਂਦ ਦਾ ਦਿਹਾੜਾ ਸੀ, ਬ੍ਰਾਹਮਣ ਘਰ ਵਿੱਚ ਬੈਠ ਗਿਆ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇਤਿਆਦਿਕ ਗੁਰਸਿੱਖ ਜਦੋਂ ਬ੍ਰਾਹਮਣ ਨੂੰ ਪੁੱਛਣ ਜਾਂਦੇ ਹਨ, ਬ੍ਰਾਹਮਣ ਜੀ ਆਪ ਜੀ ਅੱਜ ਕਥਾ ਕਰਨ ਨਹੀਂ ਆਏ, ਤਾਂ ਬ੍ਰਾਹਮਣ ਕਹਿੰਦਾ ਹੈ ਅੱਗੋਂ ਕਿ ਗੁਰੂ ਤਾਂ ਤੁਸੀਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਮੰਨਦੇ ਹੋ, ਕਥਾ ਮੇਰੇ ਤੋਂ ਸੁਣਦੇ ਹੋ, ਪੂਜਾ ਤੁਸੀਂ ਉਹਨਾਂ ਦੀ ਕਰਦੇ ਹੋ। ਭਾਵ ਜਦੋਂ ਥੋੜਾ ਇਸ ਨੂੰ ਧਨ ਪ੍ਰਾਪਤ ਹੋਇਆ, ਮਨ ਦੇ ਵਿੱਚ ਐਸਾ ਇਹ ਜਾਣਨ ਲੱਗਾ ਕਿ ਅਸੀਂ ਤਾਂ
ਚਾਰਾਂ ਯੁੱਗਾਂ ਤੋਂ ਹੀ ਸਾਡੀ ਪੂਜਾ ਹੋ ਰਹੀ ਹੈ। ਇਹ ਕਲਯੁੱਗ ਦੇ ਵਿੱਚ ਕੈਸੀ ਮਰਿਆਦਾ ਹਜੂਰ ਨੇ ਚਲਾ ਦਿੱਤੀ ਹੈ। ਆਪ ਗੁਰੂ ਬਣ ਬੈਠੇ ਹਨ। ਜਿਸ ਤਰ੍ਹਾਂ ਐਸੇ ਬਚਨ ਸੁਣੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜੋ ਸਾਧ ਸੰਗਤ ਜੀ ਅੱਜ ਮੰਜੀ ਸਾਹਿਬ ਵਾਲਾ ਅਸਥਾਨ ਹੈ, ਉੱਥੇ ਹਜੂਰ ਬਿਰਾਜੇ ਹਨ। ਬਾਬਾ ਬੁੱਢਾ ਸਾਹਿਬ ਜੀ ਸਮੇਤ ਸੰਗਤਾਂ ਦੇ ਆ ਕੇ ਹਜੂਰ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਂਦੇ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਹਾਂਜੀ ਬਾਬਾ ਬੁੱਢਾ ਸਾਹਿਬ ਜੀ, ਆਪ ਜੀ ਹੁਕਮ ਕਰੋ, ਦੱਸੋ। ਤਾਂ ਸਾਧ ਸੰਗਤ ਜੀ ਉਸ ਸਮੇਂ ਸੰਗਤਾਂ ਦਾ ਹਜੂਰ ਬੜਾ ਅਦਬ ਕਰਿਆ ਕਰਦੇ ਸਨ। ਮਹਾਰਾਜ ਜੀਆਂ ਦੀ ਬਾਣੀ ਗਵਾਹੀ ਦਿੰਦੀ ਹੈ, ਮਹਾਰਾਜ ਜੀ ਮਨ ਚਾਓ ਨਾ ਹੁਟੈ। ਹਜੂਰ ਆਪ ਆਪਣੇ ਗਲ ਵਾਲੇ ਪੱਲੂਆਂ ਨਾਲ ਸਾਧ ਸੰਗਤ ਜੀ ਜਾਗਦੀ ਜੋਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਾਬਲ ਤੋਂ ਆਈ ਸੰਗਤਾਂ ਦੇ ਹਜੂਰ ਨੇ ਜੋੜੇ ਝਾੜਦੇ ਹਨ। ਐਸੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਸ ਸਮੇਂ ਸੰਗਤਾਂ ਨੇ ਆ ਕੇ ਆਖਿਆ, ਮਹਾਰਾਜ ਜੀ ਬ੍ਰਾਹਮਣ ਇਸ ਤਰ੍ਹਾਂ ਦੇ ਬਚਨ ਕਹਿੰਦਾ ਹੈ, ਹਜੂਰ ਕਿੰਨਾ ਚਿਰ ਉਹਨਾਂ ਤੋਂ ਮਹੀਨੇ ਦਾ ਫਲਾਦੇਸ਼ ਲੈਂਦੇ ਰਵਾਂਗੇ। ਹਜੂਰ ਆਪ ਕਿਰਪਾ ਕਰੋ, ਸੰਗਤਾਂ ਨੂੰ ਮਹਾਰਾਜ ਜੀ ਮਹੀਨੇ ਦਾ ਫਲਾਦੇਸ਼ ਜੇ ਆਪ ਜੀਆਂ ਦੇ ਮੁਖ ਤੋਂ ਮਿਲੇ, ਮਹਾਰਾਜ ਜੀ ਹੋਰ ਕੀ ਚਾਹੀਦਾ ਹੈ। ਉਸ ਸਮੇਂ ਹਜੂਰ ਨੇ ਕਿਹਾ ਸੀ, ਬਾਬਾ ਬੁੱਢਾ ਸਾਹਿਬ ਜੀ ਤੁਖਾਰੀ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ 12 ਮਹਾਮਾਂਝ ਜਿਸ ਤਰ੍ਹਾਂ ਵਾਹਿਗੁਰੂ 12 ਮਹੀਨਿਆਂ ਦੁਆਰਾ ਹਜੂਰ ਨੇ ਉਪਦੇਸ਼ ਦਿੱਤਾ ਹੈ। ਉਸ ਸਮੇਂ ਸੰਗਤਾਂ ਦੇ ਹੱਥ ਜੋੜ ਕੇ ਕਹਿੰਦੀਆਂ ਹਨ, ਮਹਾਰਾਜ ਜੀ ਉਹ ਬਾਣੀ ਮਹਿੰਗੀ ਹੈ। ਮਹਿੰਗੀ ਤੋਂ ਭਾਵ ਸਾਧ ਸੰਗਤ ਜੀ ਜਿਸ ਤਰ੍ਹਾਂ ਉਸ ਵਿੱਚ ਗੁਪਤ ਅਲੰਕਾਰ ਹਜੂਰ ਨੇ ਬੜੇ ਵਰਤੇ ਹਨ। ਹਜੂਰ ਉਹ ਸਾਨੂੰ ਆਮ ਸੰਸਾਰੀ ਜੀਵਾਂ ਨੂੰ ਹਜੂਰ ਸਮਝ ਨਹੀਂ ਆਉਂਦੀ। ਆਪ ਕਿਰਪਾ ਕਰਕੇ ਹਜੂਰ ਐਸੀ ਸੁਖੈਣ ਬਾਣੀ ਰਚੋ ਜੋ ਕੰਮਾਂ ਕਰਾਂ ਦੇ ਵਿੱਚ ਫਸੇ ਹੋਏ ਮਨ ਹਜੂਰ ਸੁਖੈਣ ਹੀ ਸਮਝ ਆ ਜਾਵੇ ਬਾਣੀ। ਅੱਜ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨ ਫਰਮਾਉਂਦੇ ਹਨ, ਜਿਨ੍ਹਾਂ ਦਾ ਰੂਪ ਸਤ ਹੈ, ਤਿੰਨਾਂ ਕਾਲਾਂ ਦੇ ਵਿੱਚ ਹਜੂਰ ਸਤ ਹਨ। ਸਤ ਰੂਪ ਸਤ ਨਾਮ, ਜਿਨ੍ਹਾਂ ਦਾ ਹਜੂਰ ਦਾ ਨਾਮ ਵੀ ਸਤ ਹੈ ਤੇ ਸਤ ਤੇ ਸੰਤੋਖ ਨੂੰ ਸਦਾ ਹਜੂਰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ। ਆਦ ਪੁਰਖ ਪ੍ਰਤੱਖ ਲਿਖਿਓ ਅਛਰ ਮਸਤਕ ਧੁਰ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੇ ਸਾਧ ਸੰਗਤ ਜੀ ਉਹਨਾਂ ਦੇ ਹੱਥ ਵਿੱਚ ਕੈਸੀ ਕਲਮ ਹੈ। ਹਜੂਰ ਮਸਤਕ ਤੋਂ ਹੀ ਧੁਰ ਤੋਂ ਹੀ ਗੁਰੂ ਮਹਾਰਾਜ ਜੀ ਪ੍ਰਗਟ ਹੋਏ ਹਨ। ਹੱਥ ਦੇ ਵਿੱਚ ਹਜੂਰ ਦੇ ਕਲਮ ਹੈ ਜੋ ਹਰੇਕ ਦੇ ਮਸਤਕ ਤੇ ਕਰਮ ਲਿਖਦੀ ਹੈ। ਜਿੱਥੇ ਹਜੂਰ ਜੇ ਲਿਖਦੇ ਹਨ, ਗੁਰਸਿੱਖਾਂ ਦੇ ਪਾਪ ਜਦੋਂ ਹਜੂਰ ਦੀ ਬਾਣੀ ਅੰਮ੍ਰਿਤ ਬਾਣੀ ਗੁਰਸਿੱਖ ਸੁਣਦੇ ਹਨ ਮਿਟਾ ਵੀ ਦਿੰਦੇ ਹਨ। ਹਜੂਰ ਸਤ ਸੰਤੋਖ ਧਰਿਓ ਔਰ ਪ੍ਰਗਟ ਜੋਤ ਜਗਮਗੈ। ਪ੍ਰਗਟ ਹੀ ਸਤਿਗੁਰਾਂ ਦੀ ਜੋਤ ਸੰਸਾਰ ਦੇ ਵਿੱਚ ਜਗਮਗਾ ਰਹੀ ਹੈ। ਸੰਸਾਰ ਸੋਚਦਾ ਹੈ ਸੂਰਜ ਤਪਸ ਦੇ ਨਾਲ ਤਪ ਰਿਹਾ ਹੈ, ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਸਦੇ ਹਨ, ਜੇ ਸੂਰਜ ਨੂੰ ਪੁੱਛੀਏ, ਸੂਰਜ ਕਹਿੰਦਾ ਹੈ ਮੈਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਪ੍ਰਕਾਸ਼ ਲੈ ਕੇ ਜਗਮਗਾ ਰਿਹਾ ਹਾਂ। ਚੰਦਰਮਾ ਨੂੰ ਪੁੱਛੀਏ, ਚੰਦ ਤੇਰੀ ਚਾਂਦਨੀ ਬੜੀ ਠੰਡੀ ਹੈ। ਸੰਸਾਰ ਕਹਿੰਦਾ ਹੈ ਚੰਦ ਬਹੁਤ ਠੰਡਾ ਹੈ। ਜੇ ਚੰਦ ਨੂੰ ਪੁੱਛੀਏ, ਚੰਦ ਕਹਿੰਦਾ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਮੈਂ ਠੰਡ ਵਰਤਾ ਰਿਹਾ ਹਾਂ। ਜੇ ਜਲ ਨੂੰ ਪੁੱਛੀਏ, ਜਲ ਗਰਮੀਆਂ ਦੀ ਰੁੱਤ ਵਿੱਚ ਤੂੰ ਬੜਾ ਠੰਡ ਨਿਰਮਲ ਹੈ। ਗੁਰਸਿੱਖਾਂ ਦੇ ਜੋ ਵੀ ਆਪ ਜੀਆਂ ਨੂੰ ਛਕਦਾ ਹੈ ਤੂੰ ਉਹਨਾਂ ਨੂੰ ਵੀ ਠੰਡ ਪਾਉਣਾ ਹੈ। ਜਲ ਕਹਿੰਦਾ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਦੁਆਰਾ ਹੀ ਮੈਂ ਨਿਰਮਲ ਹਾਂ। ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ। ਮਹਾਰਾਜ ਜੀਆਂ ਦਾ ਤੇਜ ਪ੍ਰਤਾਪ ਇਸ ਭੂ ਗੋਲਾਕਾਰ ਮੰਡਲ ਦੇ ਵਿੱਚ ਛਾਇਆ ਹੋਇਆ ਹੈ। ਭਨ ਮਥਰਾ ਮੂਰਤ ਸਦਾ ਲਾਏ ਚਿੱਤ ਸਨਮੁਖ ਰਹੋ। ਭੱਟ ਮਥਰਾ ਜੀ ਕਹਿੰਦੇ ਹਨ ਸਦਾ ਥਿਰ ਰਹਿਣ ਵਾਲੀ ਮੂਰਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕਿਉਂ ਨਾ ਮਣਾ ਐਸੇ ਸਤਿਗੁਰਾਂ ਦਾ ਧਿਆਨ ਧਰ ਕੇ ਸਦਾ ਹੀ ਹਜੂਰ ਦੇ ਸਨਮੁਖ ਰਹਾ। ਕਲ ਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਾਗ ਬੇਤਰ ਹੋ। ਜਿਸ ਭੱਟ ਮਥਰਾ ਨੇ ਹਜੂਰ ਦੇ ਦਰਸ਼ਨ ਕੀਤੇ ਹਨ,
ਕਹਿੰਦਾ ਹੈ ਕਲਯੁਗ ਦੇ ਵਿੱਚ ਜਹਾਜ਼ ਦੀ ਨਿਆਈ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਅੰਮ੍ਰਿਤ ਧੁਰ ਕੀ ਬਾਣੀ ਹਜੂਰ ਨੇ ਗੁਰਸਿੱਖਾਂ ਨੂੰ ਬਖਸ਼ੀ ਹੈ। ਹੇ ਜਗਤ ਦੇ ਲੋਕੋ ਸਗਲ ਸ੍ਰਿਸ਼ਟ ਲਾਗ ਬੇਤਰਹੋ, ਹਜੂਰ ਦੇ ਚਰਣਾ ਕਮਲਾਂ ਦੇ ਨਾਲ ਲੱਗ ਕੇ ਤੁਸੀਂ ਵੀ ਤਰ ਜਾਵੋ। ਸਤਿਗੁਰ ਜਹਾਜ਼ ਸ਼ਬਦ ਗੁਰ ਖੇਵਟ, ਨਾਮ ਨਿਰੰਜਨ ਪਾਰ ਉਤਾਰੈ। ਐਸੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਮੰਜੀ ਸਾਹਿਬ ਵਾਲੇ ਅਸਥਾਨ ਤੇ ਹਜੂਰ ਸੱਜੇ ਹਨ। ਹਜੂਰ ਦੇ ਦਰਸ਼ਨ ਕਰ ਕਰਕੇ ਗੁਰਸਿੱਖਾਂ ਦੀਆਂ ਭੁੱਖਾਂ ਲੈਂਦੀਆਂ ਹਨ। ਮਹਾਰਾਜ ਜੀਆਂ ਦੇ ਦਰਸ਼ਨ ਕਰਦਿਆਂ ਹੀ ਸਾਧ ਸੰਗਤ ਜੀ ਕਾਮੀਆਂ ਦੇ ਕਾਮ ਸ਼ਾਂਤ ਹੋਈ ਜਾਂਦੇ ਹਨ, ਵਿਸ਼ਿਆਂ ਵਾਲਿਆਂ ਦੇ ਵਿਸ਼ੇ ਹੀ ਖਤਮ ਹੋ ਰਹੇ ਹਨ। ਜੇ ਕੋਈ ਆਸ ਲੈ ਕੇ ਆਉਂਦਾ ਹੈ ਉਸ ਦੀਆਂ ਅੱਗੇ ਤੋਂ ਆਸਾਂ ਹੀ ਨਹੀਂ ਰਹਿੰਦੀਆਂ, ਦਰਸ਼ਨ ਕਰਕੇ ਆਸ ਪੂਰੀ ਹੋ ਜਾਂਦੀ ਹੈ, ਅੱਗੇ ਤੋਂ ਕੋਈ ਆਸ ਫੁਰਦੀ ਹੀ ਨਹੀਂ। ਐਸੇ ਪ੍ਰਤੱਖ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਸਾਡੇ ਤੇ ਕਿਰਪਾ ਕਰ ਰਹੇ ਹਨ। ਜੇਠ ਮਹੀਨੇ ਦਾ ਫਲਾਦੇਸ ਹਜੂਰ ਸੁਣਾ ਰਹੇ ਹਨ। ਹਰ ਜੇਠ ਜੁੜੰਦਾ ਲੋੜੀਐ। ਇਹ ਸਾਧ ਸੰਗਤ ਜੀ ਹਰੀ ਜੋ ਅਕਾਲ ਪੁਰਖ ਵਾਹਿਗੁਰੂ ਹੈ, ਹਜੂਰ ਕਹਿੰਦੇ ਹਨ ਇਸ ਜੇਠ ਦੇ ਮਹੀਨੇ ਦੇ ਵਿੱਚ ਜੁੜੰਦਾ ਲੋੜੀਐ। ਉਸ ਦੇ ਨਾਲ ਜੁੜਨ ਦੀ ਤੂੰ ਵੀ ਆਪਣੇ ਮਨ ਵਿੱਚ ਤਾਂਘ ਪੈਦਾ ਕਰ, ਲੋਚਾ ਪੈਦਾ ਕਰ। ਮਹਾਰਾਜ ਜੀ ਮੇਰੇ ਮਨ ਵਿੱਚ ਸਤ ਸੰਗਤ ਦਾ ਕਰਨ ਦਾ ਕਿਉਂ ਨਹੀਂ ਫੁਰਨਾ ਉੱਠਦਾ। ਮਹਾਰਾਜ ਜੀ ਆਪ ਕਿਰਪਾ ਕਰੋ, ਸਾਡਾ ਮਨ ਵੀ ਹਜੂਰ ਆਪ ਜੀਆਂ ਦੇ ਚਰਣਾ ਕਮਲਾਂ ਨਾਲ ਲੱਗ ਜਾਵੇ। ਜਿਸ ਅੱਗੇ ਸਭ ਨਿਵੰਨ, ਜਿਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੱਗੇ ਸਭ ਨਿਵਾਰੇ ਹਨ। ਅੰਤ ਨਾ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ। ਅੰਤ ਨਹੀਂ ਪਾਇਆ ਜਾ ਰਿਹਾ, ਫੁਨ ਬੇਦ ਬ੍ਰੰਚ ਵਿਚਾਰ ਰਹਿਓ। ਹਰ ਜਾਪ ਨਾ ਛਾੜਿਓ ਏਕ ਘਰੀ। ਬ੍ਰਹਮਾ ਆਦਿਕ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਆਵਾਹਨ ਕਰ ਰਹੇ ਹਨ। ਮਹਾਰਾਜ ਜੀਆਂ ਨੂੰ ਇੱਕ ਘੜੀ ਵੀ ਨਹੀਂ ਵਿਸਾਰਦੇ। ਮਹਾਰਾਜ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਸਭ ਦੇ ਪੂਜਨੀਕ ਹਨ। ਮਹਾਰਾਜ ਜੀ ਕਹਿੰਦੇ ਹਨ ਉਹਨਾਂ ਦੇ ਅੱਗੇ ਤੂੰ ਵੀ ਝੁਕ ਜਾ, ਕਰ ਡੰਡੌਤ, ਪੁੰਨ ਵੱਡਾ ਹੈ। ਜੇ ਹਜੂਰ ਦੇ ਅੱਗੇ ਝੁਕੇਗਾ ਵੱਡਾ ਤੈਨੂੰ ਪੁੰਨ ਪ੍ਰਾਪਤ ਹੋਵੇਗਾ ਆਰੰਭ ਤੋਂ ਹੀ। ਹਰ ਜੇਠ ਜੁੜੰਦਾ ਲੋੜੀਐ। ਸਾਧ ਸੰਗਤ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ ਕਿ ਇਹ ਜੋ ਜੇਠ ਤੇ ਹਾੜ ਦਾ ਮਹੀਨਾ ਇਹ ਗਰਮੀਆਂ ਦੀ ਜਿਸ ਤਰ੍ਹਾਂ ਰੁੱਤੀ ਮੰਨੀ ਜਾਂਦੀ ਹੈ, ਭਾਰਤ ਵਰਸ਼ ਦੀ ਧਰਤੀ ਤੇ ਜੇ ਦੇਖਿਆ ਜਾਵੇ ਗਰਮੀ ਦੇ ਪੂਰੇ ਪੱਖ ਲੱਗੇ ਹੁੰਦੇ ਹਨ। ਜਿਸ ਤਰ੍ਹਾਂ ਮਹਾਰਾਜ ਜੀਆਂ ਦੀ ਬਾਣੀ ਦੱਸਦੀ ਹੈ, ਇਸੇ ਤਰ੍ਹਾਂ ਬੰਦੇ ਦੇ ਅੰਦਰ ਵਿਕਾਰਾਂ ਦੇ ਬੜੀ ਗਰਮੀ ਦੇ ਨਾਲ ਤੜਫ ਲੱਗੀ ਹੋਈ ਹੈ। ਮਹਾਰਾਜ ਜੀ ਕਹਿੰਦੇ ਹਨ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਘਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਨਾ ਹੀ ਚੰਦ ਦੀ ਚਾਂਦਨੀ ਕਹਿੰਦੇ ਹੈ ਬੜੀ ਠੰਡੀ ਹੈ, ਇਹ ਠੰਡ ਪਹੁੰਚਾਵੇਗੀ। ਹਜੂਰ ਦੀ ਬਾਣੀ ਕਹਿੰਦੀ ਹੈ ਬਾਹਰੋਂ ਤਾਂ ਠੰਡ ਪਹੁੰਚਾ ਦੇਗੀ, ਪਰ ਜਿਹੜੀ ਅੰਦਰ ਵਿਸ਼ਿਆਂ ਦੀ ਸਾਧ ਸੰਗਤ ਜੀ ਇਹ ਜੋ ਔਗਣ ਫੋਰਦੀ ਹੈ, ਚੰਦ ਦੀ ਚਾਂਦਨੀ ਕਹਿੰਦੇ ਹਨ ਜਿਹਨੂੰ ਮਹਾਰਾਜ ਜੀ ਕਹਿੰਦੇ ਹਨ ਵਿਕਾਰਾਂ ਦੀ ਗਰਮੀ ਨੂੰ ਨਹੀਂ ਮੇਟਦੀ। ਸਰਦੀ ਦੀ ਰੁੱਤ ਬੜੀ ਠੰਡੀ ਮੰਨੀ ਗਈ ਹੈ, ਪਰ ਮਹਾਰਾਜ ਜੀ ਕਹਿੰਦੇ ਹਨ ਉਹ ਠੰਡੀ ਤਾਂ ਹੈ ਪਰ ਹੋਰ ਕਈ ਬਿਮਾਰੀਆਂ ਨਾਲ ਲਾ ਦਿੰਦੀ ਹੈ। ਇਸੇ ਤਰ੍ਹਾਂ ਚੰਦਨ ਬੜਾ ਠੰਡਾ ਮੰਨਿਆ ਜਾਂਦਾ ਹੈ ਮਸਤਕ ਤੇ ਲਾਉਣ ਨਾਲ। ਮਹਾਰਾਜ ਜੀ ਕਹਿੰਦੇ ਹਨ ਚੰਦਨ ਅੰਦਰੋਂ ਤੇਰੇ ਵਿਕਾਰਾਂ ਦੀ ਤਪਸ਼ ਨੂੰ ਨਹੀਂ ਮਿਟ ਸਕਦਾ, ਹਜੂਰ ਕਿਵੇਂ ਮਿਟ ਸਕਦੀ ਹੈ। ਮਹਾਰਾਜ ਜੀ ਕਹਿੰਦੇ ਹਨ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹਰੀ ਦਾ ਨਾਮ, ਹਰੀ ਦੀ ਜੋ ਸਾਧ ਸੰਗਤ ਹੈ ਮਹਾਰਾਜ ਜੀ ਕਹਿੰਦੇ ਹਨ ਉਹ ਕਰਿਆ ਕਰ। ਮਹਾਰਾਜ ਜੀ ਕਹਿੰਦੇ ਹਨ ਤੇਰਾ ਵੀ ਮਨ ਸੀਤਲ ਹੋ ਜਾਵੇਗਾ। ਜਿਸ ਤਰ੍ਹਾਂ ਕਹਿੰਦੇ ਹਨ ਜਿਸ ਮਿਲਿਆ ਮਨ ਹੋਏ ਆਨੰਦਾ, ਸੋ ਸਤਿਗੁਰ ਕਹੀਐ। ਹਜੂਰ ਦੇ ਦਰਸ਼ਨ ਕਰਦਿਆਂ ਹੀ ਮਨ ਦੇ ਵਿੱਚ ਠੰਡ ਪੈ ਜਾਂਦੀ ਹੈ। ਸਤਿਗੁਰਾਂ ਦੀ ਪਰਿਭਾਸ਼ਾ ਹੀ ਹਜੂਰ ਨੇ ਦੱਸੀ ਹੈ, ਜਿਸ ਦੇ ਦਰਸ਼ਨ ਕਰਦਿਆਂ ਹੀ ਮਨ ਦੇ ਵਿੱਚ ਠੰਡ ਪੈ ਜਾਵੇ। ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਮਨ ਦੇ ਵਿੱਚ ਆਉਂਦੇ ਹੋਏ ਫੁਰਨੇ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਮਿਟ ਜਾਣ ਤੇ ਪਰਮ ਪਦਵੀ ਨੂੰ ਗੁਰਸਿੱਖ ਹਜੂਰ ਦੀ ਬਾਣੀ ਦਾ ਆਵਾਹਨ ਕਰਕੇ ਜਾਪ ਕਰਕੇ ਪਾਉਂਦੇ ਹਨ। ਮਹਾਰਾਜ ਜੀ ਜਿਸ ਤਰ੍ਹਾਂ ਕਹਿੰਦੇ ਹਨ ਆਜ ਹੀ ਆਜ ਸਮੋ ਜੋ ਬੀਤਿਓ, ਨਹਿ ਕਾਜ ਸਰਿਓ ਕਛ ਲਾਜ ਨਾ ਆਈ। ਮਹਾਰਾਜ ਜੀ ਕਹਿੰਦੇ ਹਨ ਦੇਖ ਹੁਣੇ ਹੁਣੇ ਹੀ ਜੋ ਤੇਰਾ ਸਮਾਂ ਬੀਤ ਗਿਆ ਹੈ, ਤੇਰਾ ਕੋਈ ਕਾਜ ਵੀ ਨਹੀਂ ਸਰਿਆ,
ਮਹਾਰਾਜ ਜੀ ਕਹਿੰਦੇ ਹਨ ਤੈਨੂੰ ਸ਼ਰਮ ਨਾ ਆਈ, ਸ੍ਰੀ ਭਗਵੰਤ ਭਜਿਓ ਨਾ ਅਰੇ ਜੜ, ਐਸੇ ਹੀ ਐਸ ਸੋ ਬੈਸ ਗਵਾਈ। ਮਹਾਰਾਜ ਜੀ ਕਹਿੰਦੇ ਹਨ ਕਾਲ ਪੁਰਖ ਵਾਹਿਗੁਰੂ ਦੇ ਭਜਨ ਕਰਨ ਵਾਸਤੇ ਹਰ ਜੇਠ ਜੁੜੰਦਾ ਲੋੜੀਐ, ਜਿਸ ਨੂੰ ਤੂੰ ਲੋੜਨਾ ਸੀ, ਜੋ ਤੇਰੇ ਸਰੀਰ ਦੀ ਲੋੜ ਸੀ, ਜਿਹੜੇ ਤੇਰੇ ਸਰੀਰ ਨੇ ਜਿਸ ਜਪ ਕੇ ਜਿਸ ਕਾਲ ਪੁਰਖ ਵਾਹਿਗੁਰੂ ਨੂੰ ਪਰਮ ਪਦਵੀ ਨੂੰ ਪਾਉਣਾ ਸੀ। ਹਜੂਰ ਕਹਿੰਦੇ ਹਨ, ਮਹਾਰਾਜ ਜੀ ਕਹਿੰਦੇ ਹਨ ਟਾਲੇ ਟੋਲੇ ਦਿਨ ਗਿਆ, ਵਿਆਜ ਵਡੰਤੀ ਜਾਏ। ਜਿਸ ਤਰ੍ਹਾਂ ਭਗਤ ਸਾਹਿਬਾਨ ਫਰਮਾਉਂਦੇ ਹਨ, ਟਾਲਦਾ ਟੂਲਦਾ ਤੇਰਾ ਦਿਨ ਨਿਕਲ ਜਾਂਦਾ ਹੈ, ਕਹਿੰਦਾ ਹੈ ਐਦਨ ਗੁਰੂ ਘਰੇ ਜਾ ਆਵਾਂਗਾ। ਮਹਾਰਾਜ ਜੀ ਕਹਿੰਦੇ ਹਨ ਵਿਆਜ ਵੱਧਦੀ ਜਾ ਰਹੀ ਹੈ, ਹਰ ਜੇਠ ਜੁੜੰਦਾ ਲੋੜੀ ਹੈ। ਉਸ ਕਾਲ ਪੁਰਖ ਵਾਹਿਗੁਰੂ ਦੇ ਨਾਲ ਤੂੰ ਵੀ ਆਪਣੇ ਮਨ ਨੂੰ ਜੋੜ। ਜਿਸ ਅੱਗੇ ਸਭ ਨਿਵੰਨ, ਜਿਸ ਅੱਗੇ ਸਭ ਨਿਵੰਨ। ਸਾਧ ਸੰਗਤ ਜੀ ਸੀਸ ਨਿਵਾਇਆ ਗਿਰ ਪੜੈ, ਸਭ ਪਾਪਣ ਕੀ ਪੋਟ, ਤਾਤੇ ਸੀਸ ਨਿਵਾਈਐ ਲੱਗੇ ਨਾ ਜਮ ਕੀ ਚੋਟ। ਜਿਸ ਸਮੇਂ ਧੰਨ ਬਾਜਾਂ ਵਾਲੇ ਪਿਤਾ ਜੀ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੇ ਵਾਸੀ ਸਭ ਸ੍ਰੀ ਖਾਲਸਾ ਪੁਰ ਆਨੰਦ ਸਿਰਮੌਰ, ਦਇਆ ਸਿੰਧ ਸ੍ਰੀ ਸਤਿਗੁਰੂ ਬਸਤ ਸਦਾ ਜਿਹ ਠੌਰ। ਖਾਲਸਾ ਜਿੱਥੋਂ ਦਾ ਵਾਸੀ ਹੈ, ਦਇਆ ਦੇ ਸਮੁੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿੱਥੇ ਸਦਾ ਖਾਲਸੇ ਨੂੰ ਨਿਹਾਲ ਕਰਦੇ ਹਨ। ਹਜੂਰ ਦਾ ਦਰਬਾਰ ਸਜਿਆ ਹੋਇਆ ਹੈ। ਇੱਕ ਕਾਜੀ ਸਲਾਰਦੀਨ ਜੀ ਹਨ ਜੋ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਆ ਕੇ ਸੱਜ ਬੈਠਦੇ ਹਨ। ਹਜੂਰ ਜਿਸ ਤਰ੍ਹਾਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ, ਦੁੱਧ ਪੁੱਤ ਦੀਆਂ ਹਜੂਰ ਦਾਤਾਂ ਦੇ ਰਹੇ ਹਨ। ਜਿਸ ਸਮੇਂ ਕਾਜੀ ਨੇ ਆ ਕੇ ਆਖਿਆ, ਮਹਾਰਾਜ ਜੀ ਆਪ ਜੀ ਜਿਸ ਤਰ੍ਹਾਂ ਕਹਿੰਦੇ ਹੋ, ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਉਸ ਨੂੰ ਕੋਈ ਮੇਟ ਨਹੀਂ ਸਕਦਾ, ਜੋ ਇਹਨਾਂ ਦੇ ਭਾਗਾਂ ਦੇ ਵਿੱਚ ਹੈ ਮਹਾਰਾਜ ਜੀ ਉਹੀ ਇਹਨਾਂ ਨੂੰ ਮਿਲੇਗਾ। ਹਜੂਰ ਆਪ ਤਾਂ ਫਿਰ ਐਵੇਂ ਹੀ ਗੁਰੂ ਬਣ ਬੈਠੇ ਹੋ, ਕਿਉਂਕਿ ਮਿਲਣਾ ਤਾਂ ਉਹੀ ਹੈ, ਪਰ ਆਪ ਜੀਆਂ ਪਾਸ ਗੁਰਸਿੱਖ ਅਰਦਾਸ ਕਰਦੇ ਹਨ। ਹਜੂਰ ਉਹ ਕਿਵੇਂ? ਮਨ ਦੇ ਵਿੱਚ ਸਾਧ ਸੰਗਤ ਜੀ ਪ੍ਰਸ਼ਨ ਉੱਠਿਆ ਹੈ ਕਾਜੀ ਸਲਾਰਦੀਨ ਦੇ। ਇਹ ਕਾਜੀ ਸੀ, ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਪਾਜੀ ਨਹੀਂ ਸੀ। ਜਿਸ ਤਰ੍ਹਾਂ ਹਜੂਰ ਨੇ ਫਿਰ ਇਸ ਨੂੰ ਆਖਿਆ, ਕਾਜੀ ਤੇਰੇ ਜਵਾਬ ਦਾ ਵੀ ਉੱਤਰ ਦੇਵਾਂਗੇ, ਭਾਵ ਤੇਰੇ ਪ੍ਰਸ਼ਨ ਦਾ ਉੱਤਰ ਦੇਵਾਂਗੇ। ਜਿਸ ਸਮੇਂ ਹਜੂਰ ਨੇ ਗੁਰਸਿੱਖਾਂ ਨੂੰ ਆਖਿਆ, ਇੱਕ ਹਜੂਰ ਨੇ ਸਾਧ ਸੰਗਤ ਜੀ ਜਿਹਨੂੰ ਆਪਾਂ ਸਟੈਂਪ ਕਹਿੰਦੇ ਹਾਂ, ਮੋਹਰ ਹਜੂਰ ਨੇ ਮੰਗਾਈ। ਜਿਸ ਤਰ੍ਹਾਂ ਇੱਕ ਪੇਜ ਮੰਗਾਇਆ, ਜਿਸ ਸਮੇਂ ਹਜੂਰ ਨੇ ਮੋਹਰ ਵਾਲੇ ਅੱਖਰ ਸਾਧ ਸੰਗਤ ਜੀ ਸਟੈਂਪ ਤੇ ਪੁੱਠੇ ਹੁੰਦੇ ਹਨ, ਜਿੰਨਾ ਚਿਰ ਲਾਈ ਨਾ ਜਾਵੇ ਕਾਗਜ਼ ਤੇ। ਹਜੂਰ ਨੇ ਪੁੱਛਿਆ, ਕਾਜੀ ਸਲਾਰਦੀਨ ਇਸ ਮੋਹਰ ਤੇ ਕੀ ਲਿਖਿਆ ਹੈ? ਹਜੂਰ ਪੜ੍ਹਿਆ ਨਹੀਂ ਜਾਂਦਾ, ਅੱਖਰ ਪੁੱਠੇ ਹਨ। ਉਸ ਸਮੇਂ ਹਜੂਰ ਨੇ ਜਿਸ ਸਮੇਂ ਕਾਗਜ਼ ਦੀ ਲਾਈ ਉਹ ਸਟੈਂਪ, ਉਸ ਨੇ ਸੁਖੈਨ ਹੀ ਪੜ੍ਹ ਦਿੱਤਾ ਫਾਰਸੀ ਭਾਸ਼ਾ ਵਿੱਚ। ਜਿਸ ਤਰ੍ਹਾਂ ਲਿਖਿਆ ਸੀ, ਦੇਗ ਤੇਗ ਫਤਿਹ ਨੁਸਰਤ ਵੇਦ ਰੰਗ ਯਾਫਤ ਜ ਨਾਨਕ ਗੁਰੂ ਗੋਬਿੰਦ ਸਿੰਘ। ਜਿਸ ਤਰ੍ਹਾਂ ਉਸ ਨੇ ਪੜ੍ਹਿਆ, ਹਜੂਰ ਨੇ ਆਖਿਆ, ਕਾਜੀ ਸਾਹਿਬ ਇਹ ਤੁਹਾਡੇ ਪ੍ਰਸ਼ਨ ਦਾ ਉੱਤਰ ਹੈ। ਕਾਜੀ ਨੇ ਆਖਿਆ, ਮਹਾਰਾਜ ਜੀ ਸਮਝ ਨਹੀਂ ਆਈ, ਦੱਸਣਾ ਕਰੋ। ਹਜੂਰ ਨੇ ਦੱਸਿਆ ਸੀ, ਕਰ ਡੰਡੌਤ ਪੁੰਨ ਵੱਡਾ ਹੈ। ਜਿਸ ਸਮੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਅੱਗੇ ਆ ਕੇ ਗੁਰਸਿੱਖ ਆਪਣੇ ਮਸਤਕ ਲਾਉਂਦੇ ਹਨ ਥੱਲੇ ਜ਼ਮੀਨ ਤੇ ਧਰਤੀ ਤੇ, ਉਸ ਸਮੇਂ ਕਾਜੀ ਇਹ ਮੋਹਰ ਦੀ ਨਿਆਈ ਉਹਨਾਂ ਦੇ ਅੱਖਰ ਮੱਥੇ ਦੇ ਪੁੱਠੇ ਹੁੰਦੇ ਹਨ, ਪਰ ਜਦੋਂ ਹਜੂਰ ਦੇ ਚਰਨਾਂ ਤੇ ਇਹਨਾਂ ਦਾ ਮਸਤਕ ਲੱਗਦਾ ਹੈ ਅੱਖਰ ਸਿੱਧੇ ਹੋ ਜਾਂਦੇ ਹਨ। ਆਉਣ ਵਾਲੀਆਂ ਔਕੜਾਂ ਸਭ ਹਜੂਰ ਚੱਕ ਦਿੰਦੇ ਹਨ। ਹਜੂਰ ਜਿਸ ਤਰ੍ਹਾਂ ਇਸ ਤਰ੍ਹਾਂ ਦਾ ਹਜੂਰ ਨੇ ਉਸ ਕਾਜੀ ਨੂੰ ਉੱਤਰ ਦੇ ਕੇ ਨਿਹਾਲ ਕੀਤਾ, ਕਰ ਡੰਡੌਤ ਪੁੰਨ ਵੱਡਾ ਹੈ। ਮਹਾਰਾਜ ਜੀ ਕਹਿੰਦੇ ਹਨ, ਤੂੰ ਵੀ ਆਪਣੇ ਮਨ ਦੇ ਵਿੱਚ ਜੇਠ ਦਾ ਮਹੀਨਾ ਚੜਿਆ ਹੈ, ਲੋੜਿਆ ਕਰ ਜਿਸ ਅੱਗੇ ਸਭ ਨਿਵੰਨ। ਜਿਸ ਕਾਲ ਪੁਰਖ ਵਾਹਿਗੁਰੂ ਅੱਗੇ ਸਮਸਤ ਸ਼ਕਤੀਆਂ ਨਿਵਾ ਰਹੀਆਂ ਹਨ, ਤੂੰ ਵੀ ਆਪਣਾ ਮਸਤਕ ਨਿਵਾਇਆ ਕਰ ਆਰੰਭ ਤੋਂ ਹੀ। ਹਰ ਜੇਠ ਜੁੜੰਦਾ ਲੋੜੀਐ। ਜਿਸ ਤਰ੍ਹਾਂ ਸਾਧ ਸੰਗਤ ਜੀ ਹਰ ਜੇਠ ਜੁੜੰਦਾ ਲੋੜੀਐ। ਮਹਾਰਾਜ ਜੀ ਕਹਿੰਦੇ ਹਨ, ਸਭ ਤੋਂ ਜੇਠ ਤੋਂ ਭਾਵ ਹੁੰਦਾ ਹੈ ਵੱਡਾ, ਸਭ ਤੋਂ ਵੱਡਾ। ਮਹਾਰਾਜ ਜੀ ਕਹਿੰਦੇ ਹਨ, ਪ੍ਰੇਮ ਹੈ। ਸਾਰੇ ਸਾਧਨਾ ਦਾ ਰਾਜਾ ਸਾਧਨ ਪ੍ਰੇਮ ਹੈ। ਪ੍ਰੇਮ ਕੀਓ ਪ੍ਰਭ ਪਾਣ ਪਰੇ, ਜਿਨ ਪ੍ਰੇਮ ਕੀਓ ਸੋ ਪਾਵਤ ਹੈ। ਮਹਾਰਾਜ ਜੀ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਤੋਂ ਇਹ ਲੋੜਿਆ ਕਰ, ਇਹ ਜਾਂਚਨਾ ਕਰ ਮਹਾਰਾਜ ਜੀ
ਉਮਰ ਬਤੀਤ ਹੋ ਗਈ ਹੈ। ਮਨ ਦੇ ਵਿੱਚ ਹਜੂਰ ਕਦੇ ਪ੍ਰੇਮ ਨੇ ਉਛਾਲਾ ਹੀ ਨਹੀਂ ਮਾਰਿਆ। ਇਸੇ ਤਰ੍ਹਾਂ ਸਭ ਸਾਧ ਸੰਗਤ ਜੀ, ਜੇਠ ਤੋਂ ਭਾਵ ਵੱਡਾ, ਸਤਿਗੁਰ ਕੀ ਸੇਵਾ ਸਫਲ ਹੈ। ਮਹਾਰਾਜ ਜੀਆਂ ਦੀ ਸੇਵਾ ਸਭ ਤੋਂ ਵੱਡੀ ਹੈ। ਸਾਧ ਸੰਗਤ ਜੀ, ਜੇ ਮਨ ਵਿੱਚ ਕੋਈ ਇਰਾਦਾ ਭਾਵ ਆਸਾ ਲੈ ਕੇ ਆਵੇ, ਹਜੂਰ ਦੀ ਸੇਵਾ ਪੂਰੀ ਕਰ ਦਿੰਦੀ ਹੈ। ਹਜੂਰ ਦੀ ਸੇਵਾ ਸਾਧ ਸੰਗਤ ਜੀ ਫਿਰ ਅੱਗੇ ਤੋਂ ਕੋਈ ਆਸਾ ਫੁਰਨ ਹੀ ਨਹੀਂ ਦਿੰਦੀ। ਜਿਸ ਤਰ੍ਹਾਂ ਭਾਈ ਆਦਮ ਜੀ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਸ ਸਮੇਂ ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਤੋਂ ਹਜੂਰ ਆ ਰਹੇ ਸਨ, ਸਰਦੀ ਦੀ ਰੁੱਤ ਸੀ। ਭਾਈ ਆਦਮ ਨੇ ਸਾਧ ਸੰਗਤ ਜੀ ਜਿੱਥੇ ਜਿੱਥੇ ਸੰਗਤਾਂ ਨੇ ਪੜਾ ਕੀਤਾ, ਲੱਕੜਾਂ ਦੇ ਨਾਲ ਭਾਈ ਆਦਮ ਨੇ ਅੱਗ ਮਚਾ ਕੇ ਗੁਰਸਿੱਖਾਂ ਨੂੰ ਜਿਸ ਤਰ੍ਹਾਂ ਨਿੱਘ ਦਿੱਤੀ ਸੀ, ਉਸ ਸਮੇਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਪੁੱਛਿਆ ਕਿ ਇਹ ਲੱਕੜਾਂ ਦਾ ਪ੍ਰਬੰਧ ਕਿਹਨੇ ਕੀਤਾ ਹੈ। ਧੂਆਂ ਉੱਠਦਾ ਵੇਖ ਕੇ ਜਦੋਂ ਹਜੂਰ ਨੇ ਪੁੱਛਿਆ, ਜਿਹੜੇ ਗੁਰਸਿੱਖ ਜਾਣਦੇ ਹਨ ਉਹਨਾਂ ਕਿਹਾ, ਮਹਾਰਾਜ ਜੀ ਭਾਈ ਆਦਮ ਜੀਆਂ ਨੇ ਇਹ ਸਭ ਸੇਵਾ ਕੀਤੀ ਹੈ। ਸਾਧ ਸੰਗਤ ਜੀ, ਹਜੂਰ ਤਾਂ ਅੰਤਰਜਾਮੀ ਹਨ, ਸਭ ਦੇ ਮਨ ਦੀ ਜਾਣਦੇ ਹਨ। ਜਿਨ੍ਹਾਂ ਦੀ ਸਾਧ ਸੰਗਤ ਜੀ ਮੁਖ ਵਿੱਚ ਜੀਭਾ ਨਹੀਂ ਹੁੰਦੀ, ਬਿਨ ਬਕਨੈ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ, ਬਿਨਾਂ ਕਹਿਣ ਤੋਂ ਹੀ ਉਹਨਾਂ ਦੇ ਮਨ ਦੀ ਭਾਵਨਾ ਹਜੂਰ ਜਾਣਦੇ ਹਨ। ਸਾਧ ਸੰਗਤ ਜੀ, ਜਿਸ ਸਮੇਂ ਹਜੂਰ ਨੂੰ ਪਤਾ ਲੱਗਾ ਭਾਈ ਆਦਮ ਸੰਗਤ ਵਿੱਚ ਪਿੱਛੇ ਬੈਠ ਜਾਇਆ ਕਰਦੇ ਸਨ, ਜਿਸ ਦਿਨ ਉਸ ਦਿਨ ਹਜੂਰ ਨੇ ਜਿਸ ਤਰ੍ਹਾਂ ਖੁਸ਼ ਹੋ ਕੇ ਆਖਿਆ, ਭਾਈ ਆਦਮ ਮੰਗ ਕੀ ਮੰਗਦਾ ਹੈ। ਇਤਿਹਾਸ ਜ਼ਿਕਰ ਕਰਦਾ ਹੈ 70 ਸਾਲ ਦੀ ਆਯੂ ਹੋ ਗਈ ਸੀ ਭਾਈ ਆਦਮ ਜੀਆਂ ਦੀ। ਪੁੱਤਰ ਦੀ ਇੱਛਾ ਲੈ ਕੇ ਜਿਸ ਤਰ੍ਹਾਂ ਹਜੂਰ ਦੇ ਪਾਸ ਆਇਆ ਸੀ, ਸਭ ਸੰਸਾਰ ਤੇ ਠੋਕਰਾਂ ਖਾ ਕੇ ਆਇਆ ਸੀ ਦੇਵੀ ਦੇਵਤਿਆਂ ਦੇ ਪਾਸ। ਜਿਸ ਸਮੇਂ ਕਿਸੇ ਨੇ ਦੱਸਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਅਦੁੱਤੀ ਦਰਬਾਰ ਹੈ, ਜਿੱਥੋਂ ਭਾਈ ਆਦਮ ਸਭ ਵਸਤੂਆਂ ਪ੍ਰਾਪਤ ਹੁੰਦੀਆਂ ਹਨ, ਲੋਕ ਸੁਖੀ ਪਰਲੋਕ ਖਲਾਸ ਹੋ ਜਾਂਦੇ ਹਨ। ਜਿਸ ਸਮੇਂ ਭਾਈ ਆਦਮ ਜੀ ਸਾਧ ਸੰਗਤ ਜੀ ਉਸ ਸਮੇਂ ਸੰਗਤ ਦੇ ਵਿੱਚ ਝਿਜਕ ਮੰਨੀ, ਆਖਿਆ, ਮਣਾ ਇੰਨੀ ਬਿਰਧ ਆਯੂ ਹੋ ਗਈ ਹੈ, ਗੁਰਸਿੱਖ ਹੱਸਣਗੇ ਤੇਰੇ ਤੇ। ਮਨ ਦੇ ਵਿੱਚ ਇਸ ਨੇ ਦੱਸਿਆ ਨਾ ਹਜੂਰ ਨੂੰ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪੁੱਛਣ, ਭਾਈ ਆਦਮ ਅੱਗੇ ਖੜੇ ਹਨ। ਜਿਸ ਸਮੇਂ ਦੂਸਰੀ ਵਾਰ ਹਜੂਰ ਨੇ ਪੁੱਛਿਆ, ਭਾਈ ਆਦਮ ਜੀ ਮਨ ਦੇ ਵਿੱਚ ਝਿਜਕਾ ਰਹੇ ਸਨ। ਉਸ ਸਮੇਂ ਹਜੂਰ ਨੇ ਕਿਹਾ, ਭਾਈ ਆਦਮ ਕੋਈ ਨਾ ਕੱਲ ਨੂੰ ਮੰਗ ਲਈ। ਘਰ ਵਿੱਚ ਜਾਂਦੇ ਹਨ, ਆਪਣੀ ਘਰ ਦੀ ਦੇ ਨਾਲ ਜਿਸ ਤਰ੍ਹਾਂ ਸਲਾਹ ਕਰਦੇ ਹਨ, ਉਸ ਸਮੇਂ ਇਸ ਦੀ ਇਸਤਰੀ ਕਹਿੰਦੀ ਹੈ, ਕਿੰਨਾ ਸਮਾਂ ਅਸੀਂ ਪੁੱਤਰ ਨੂੰ ਉਡੀਕ ਰਹੇ ਹਾਂ, ਅੱਜ ਜੇ ਹਜੂਰ ਨੇ ਕਿਹਾ ਹੈ ਤੇ ਤੁਸੀਂ ਪੁੱਤਰ ਹੀ ਮੰਗਿਓ ਜ਼ਰੂਰ। ਜਿਸ ਸਮੇਂ ਸਾਧ ਸੰਗਤ ਜੀ ਅਗਲੇ ਦਿਨ ਹਜੂਰ ਦਾ ਦਰਬਾਰ ਸਜਦਾ ਹੈ, ਦੋਨੋਂ ਹੱਥ ਜੋੜ ਕੇ ਭਾਈ ਆਦਮ ਜਿਸ ਤਰ੍ਹਾਂ ਘਰ ਦੀ ਬੇਨਤੀ ਕਰਦੀ ਹੈ, ਮਹਾਰਾਜ ਜੀ ਪੁੱਤਰ ਦੀ ਦਾਤ ਬਖਸ਼ੋ। ਉਸ ਸਮੇਂ ਹਜੂਰ ਨੇ ਕਿਹਾ ਸੀ, ਭਾਈ ਆਦਮ ਤੇਰੇ ਤਾਂ ਕਰਮਾਂ ਵਿੱਚ ਪੁੱਤਰ ਨਹੀਂ ਹੈਗਾ। ਉਸ ਸਮੇਂ ਸਾਧ ਸੰਗਤ ਜੀ ਸੇਵਾ ਕਰਕੇ ਐਸਾ ਨਿਰਮਲ ਮਨ ਹੋ ਗਿਆ ਭਾਈ ਆਦਮ ਜੀਆਂ ਦਾ। ਕਹਿੰਦੇ ਹਨ, ਹਜੂਰ ਕੀ ਹੋਇਆ ਜੇ ਕਰਮਾਂ ਵਿੱਚ ਪੁੱਤਰ ਨਹੀਂ ਹੈਗਾ। ਹਜੂਰ ਆਪਣੀ ਸੇਵਾ ਦੀ ਦਾਤ ਮਹਾਰਾਜ ਜੀ ਸਾਡੀ ਝੋਲੀ ਵਿੱਚ ਪਾ ਦੇਵੋ, ਕਿਉਂਕਿ ਸਾਧ ਸੰਗਤ ਜੀ ਜਾਣ ਲਿਆ ਸੀ ਭਾਈ ਆਦਮ ਨੇ, ਜਿਹਨੂੰ ਸੇਵਾ ਮਿਲ ਗਈ ਹਜੂਰ ਦੇ ਦਰਬਾਰ ਦੀ, ਉਹਨੂੰ ਜਾਣੋ ਕਿ ਸਭ ਕੁਝ ਮਿਲ ਗਿਆ। ਉਸ ਸਮੇਂ ਸਾਧ ਸੰਗਤ ਜੀ ਐਸਾ ਮਨ ਵੀ ਨਹੀਂ ਉਸ ਗੁਰਸਿੱਖ ਦੇ ਮਨ ਵਿੱਚ ਫੁਰਨਾ ਨਹੀਂ ਉੱਠਿਆ, ਇੰਨੀ ਸੇਵਾ ਕਰਾਂ। ਅੱਗੋਂ ਹਜੂਰ ਕਹਿੰਦੇ ਹਨ, ਤੇਰੇ ਤਾਂ ਕਰਮਾਂ ਵਿੱਚ ਪੁੱਤਰ ਨਹੀਂ ਹੈਗਾ, ਕੀ ਲੋੜ ਹੈ ਸੇਵਾ ਕਰਨ ਦੀ। ਪਰ ਆਸਾ ਹੀ ਸਭ ਖਤਮ ਹੋ ਗਈਆਂ ਸੀ। ਉਸ ਸਮੇਂ ਹਜੂਰ ਨੇ ਫਿਰ ਮਨ ਦੀ ਹਾਲਤ ਜਾਣ ਕੇ ਕਿਹਾ ਸੀ, ਭਾਈ ਜਿਸ ਤਰ੍ਹਾਂ ਭਾਈ ਆਦਮ ਜੀ ਆਪ ਜੀਆਂ ਦੇ ਕਰਮਾਂ ਵਿੱਚ ਪੁੱਤਰ ਨਹੀਂ ਸੀ, ਪਰ ਆਪਣੀ ਭਗਤੀ ਦੀ ਅੰਸ਼ ਵਿੱਚੋਂ ਤੁਹਾਨੂੰ ਇੱਕ ਪੁੱਤਰ ਦਿੰਦੇ ਹਾਂ, ਉਸ ਦਾ ਨਾਮ ਭਾਈ ਭਗਤੂ ਰੱਖਿਓ। ਐਸੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਜੂਰ ਨੇ ਪੁੱਤਰ ਦਾ ਨਾਮਕਰਨ ਵੀ ਪਹਿਲਾਂ ਕਰ ਦਿੱਤਾ। ਐਸੇ ਬ੍ਰਹਮ ਗਿਆਨੀ ਧੰਨ ਭਾਈ ਭਗਤੂ ਜੀ ਹੋਏ ਹਨ, ਜਿਨ੍ਹਾਂ ਨੇ ਲੰਮਾ ਸਮਾਂ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਤਿਕਰ ਸੇਵਾ ਕੀਤੀ ਹੈ। ਹਜੂਰ ਕਹਿੰਦੇ ਹਨ, ਹਰ ਜੇਠ ਜੁੜਨ ਦਾ ਲੋੜੀ ਹੈ। ਉਹ ਜੋ ਜੇਠ ਹਜੂਰ ਦੀ ਸਭ ਤੋਂ ਵੱਡੀ ਸੇਵਾ ਹੈ, ਮਣਾ ਆਪਣੇ ਮਨ ਵਿੱਚ ਲੋੜਿਆ ਕਰ। ਹਜੂਰ ਕਿਰਪਾ ਕਰਕੇ ਆਪਣੇ ਚਰਣਾ ਕਮਲਾਂ ਦੀ ਸੇਵਾ ਬਖਸ਼ੋ ਜੀ। ਜਿਸ ਅੱਗੇ ਸਭ ਨਿਵੰਨ, ਜਿਸ ਅੱਗੇ ਸਭ ਨਿਵੰਨ, ਅਚੁੱਤ ਆਦ ਅਨੰਤ ਸੋ ਸੁੰਦਰ ਖੋਜਤ ਹੈ ਜਿਹ ਕੋ ਸੁਰ ਰਾਈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਜਨਮਾਂ ਮਰਨਾਂ ਤੋਂ ਬਾਹਰੇ ਹਨ, ਸਭ ਦਾ ਆਦ ਰੂਪ ਹਨ,
ਮਹਾਰਾਜ ਜੀਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੁਰ ਰਾਈ, ਸੁਰਾਂ ਦਾ ਰਾਜਾ ਇੰਦਰ ਵੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖੀ ਪੰਥ ਨੂੰ ਲੋਚਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਸਾਤ ਆਕਾਸ਼ ਪਤਾਰਨ ਭੀਤਰ ਗਾਜਤ ਹੈ ਜਿਹ ਕੀ ਪ੍ਰਭ ਤਾਈ। ਸੱਤਾਂ ਆਕਾਸ਼ਾਂ ਪਤਾਲਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਪ੍ਰਭਤਾਈ ਵੱਡਾਪਨ ਹਜੂਰ ਦੀ ਚਰਣਾ ਕਮਲਾਂ ਦੀ ਇੱਕ ਕਿਰਨ ਲੈ ਕੇ ਰੌਸ਼ਨ ਹੋ ਰਹੇ ਹਨ। ਰਾਜਨ ਇੰਦ ਗਜਿੰਦ ਰਣਾਚਲ ਸ਼੍ਰੀ ਗੁਰੂ ਗੋਬਿੰਦ ਸਿੰਘ ਪ੍ਰਭੂ ਸੁਖਦਾਈ। ਵੱਡੇ ਵੱਡੇ ਰਾਜੇ ਇੰਦਰ ਵਰਗੇ, ਗਜਿੰਦਰ ਹਾਥੀਆਂ ਦੇ ਜੋ ਰਾਜੇ, ਜਿਸ ਤਰ੍ਹਾਂ ਸਾਧ ਸੰਗਤ ਜੀ ਰਣਾਚਲ ਵੱਡੇ ਵੱਡੇ ਰਿਸ਼ੀ ਮੁਨੀ ਕੀ ਕਹਿੰਦੇ ਹਨ ਮੁਖ ਤੋਂ, ਸ਼੍ਰੀ ਗੁਰੂ ਗੋਬਿੰਦ ਸਿੰਘ ਪ੍ਰਭੂ ਸੁਖਦਾਈ, ਸਾਰੇ ਸੁੱਖਾਂ ਦੇ ਦੇਣ ਵਾਲੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ, ਜਿਨ੍ਹਾਂ ਦੇ ਖਾਲਸਾ ਪੰਥ ਵਿੱਚ ਜਨਮ ਲੈਣ ਨੂੰ ਵੱਡੇ ਵੱਡੇ ਦੇਵੀ ਦੇਵਤੇ ਲੋਚਦੇ ਹਨ। ਮਣਾ, ਹਜੂਰ ਦੇ ਗੁਰਸਿੱਖੀਆਂ ਦੇ ਪਰਿਵਾਰ ਵਿੱਚ ਤੇਰਾ ਜਨਮ ਹੋਇਆ ਹੈ, ਕਿਉਂ ਨਾ ਤੂੰ ਵੀ ਮਨ ਦੇ ਵਿੱਚ ਹਰ ਜੇਠ ਜੁੜਨ ਦਾ ਲੋੜੀ ਹੈ। ਮਹਾਰਾਜ ਜੀਆਂ ਦੇ ਜੁੜਨ ਦੀ ਭਾਵਨਾ ਲੈ ਕੇ ਕਿਉਂ ਨਹੀਂ ਹਜੂਰ ਅੱਗੇ ਅਰਦਾਸ ਕਰਦਾ, ਜਿਨ੍ਹਾਂ ਦੇ ਅੱਗੇ ਸਮਸਤ ਸ਼ਕਤੀਆਂ ਨਵਾ ਰਹੀਆਂ ਹਨ। ਹਰਿ ਸੱਜਣ ਦਾਵਣ ਲੱਗਿਆ। ਮਹਾਰਾਜ ਜੀ ਕਹਿੰਦੇ ਹਨ, ਹਰੀ ਜੋ ਅਕਾਲ ਪੁਰਖ ਸਭ ਦਾ ਸੱਜਣ ਹੈ, ਦਾਵਣ ਭਾਵ ਪੱਲੂ ਦੇ ਨਾਲ ਉਸ ਦੇ ਲੱਗਿਆ। ਕਿਸੈ ਨਾ ਦੇਈ ਬੰਨ, ਕਿਸੇ ਨਾ ਦੇਈ ਬੰਨ, ਫਿਰ ਉਹ ਕਿਸੇ ਅੱਗੇ ਬੰਨ ਕੇ ਨਹੀਂ ਸੁੱਟਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਦ੍ਰੋਪਤਾ ਦਾ ਜ਼ਿਕਰ ਆਉਂਦਾ ਹੈ, ਹੱਬੇ ਸਾਬ ਕੁੜਾਵੈ ਡਿਠੈ ਤੋ ਪੱਲੇ ਤੈਡੈ ਲਾਗੀ। ਜਿਸ ਸਮੇਂ ਉਸਨੇ ਤੱਕਿਆ ਸੀ ਭਾਰਤ ਵਰਸ ਦੀ ਧਰਤੀ ਤੇ ਸਾਧ ਸੰਗਤ ਜੀ, ਜਿਸ ਤਰ੍ਹਾਂ ਦ੍ਰੋਪਦੀ ਦਾ ਜ਼ਿਕਰ ਆਉਂਦਾ ਹੈ, ਇਹ ਦ੍ਰੋਪਦੀ ਮਹਾਰਾਜ ਦ੍ਰੋਪਦ ਦੀ ਜਿਸ ਤਰ੍ਹਾਂ ਪੁੱਤਰੀ ਹੈ, ਉਥੋਂ ਦੇ ਧ੍ਰਿਤਰਾਸ਼ਟਰ ਦੀ ਜਿਸ ਤਰ੍ਹਾਂ ਕਿਹਾ ਜਾਂਦਾ ਹੈ, ਭਾਰਤ ਵੰਸ਼ ਦੀ ਕੁੱਲ ਜਿਸ ਤਰ੍ਹਾਂ ਇਹ ਵਧੂ ਸੀ, ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸਭਾ ਆਮ ਸਭਾ ਨਹੀਂ ਸੀ, ਰਾਜ්‍ය ਸਭਾ ਸੀ ਉਸ ਜ਼ਮਾਨੇ ਦੀ। ਉਸ ਵਿੱਚ ਕੌਣ ਬੈਠਾ ਹੈ? ਗੰਗਾ ਪੁੱਤਰ ਭੀਸ਼ਮ ਪਤਾਮਾ ਬੈਠਾ ਹੈ, ਜਿੰਦੀ ਬਾਬਤ ਹਜੂਰ ਦੀ ਗੁਰਬਾਣੀ ਕਹਿੰਦੀ ਹੈ, ਤੇ ਇਹ ਸਿਮਰਿਆ ਗੰਗੇਵ ਪਤਾਮਾ ਚਿਤ ਚਰਨ ਅੰਮ੍ਰਿਤ ਰਸਿਆ। ਔਰ ਵਾਹਿਗੁਰੂ ਦਾ ਐਸਾ ਸਿਮਰਨ ਉਸ ਦੇ ਹਿਰਦੇ ਵਿੱਚ ਹੈ, ਜਿਸ ਦੇ ਹਜੂਰ ਦੇ ਚਰਨਾਂ ਦਾ ਅੰਮ੍ਰਿਤ ਉਸ ਦੀ ਰਸਨਾ ਤੇ ਵਸਦਾ ਹੈ। ਐਸਾ ਮਹਾਬਲੀ ਯੋਧਾ ਗੰਗੇਵ ਪਤਾਮਾ ਉਸ ਸਭਾ ਦੇ ਵਿੱਚ ਬੈਠਾ ਹੈ, ਜੋ ਪਤਾਮਾ ਲੱਗਦਾ ਹੈ ਦ੍ਰੋਪਦੀ ਦਾ। ਜਿਸ ਸਮੇਂ ਦ੍ਰੋਪਦੀ ਨੇ ਤੱਕਿਆ, ਇਸ ਦੇ ਅਸਤਰ ਸ਼ਸਤਰ ਮੇਰੀ ਰੱਖਿਆ ਕਰਨਗੇ, ਕੌਣ ਹੁੰਦਾ ਹੈ ਦਸਾਸਨ ਜੋ ਮੇਰੇ ਕੇਸਾਂ ਨੂੰ ਹੱਥ ਪਾਵੇ। ਉਸ ਸਮੇਂ ਸਾਧ ਸੰਗਤ ਜੀ ਨੀਵੀਂ ਪੈ ਗਈ ਸੀ, ਕਿਉਂਕਿ ਇਹਨਾਂ ਨੇ ਪ੍ਰਤੱਗਿਆ ਕੀਤੀ ਸੀ ਕਿ ਮੈਂ ਜਿੰਨਾ ਚਿਰ ਰਹਾਂਗਾ ਇਸ ਸਿੰਘਾਸਣ ਦੇ ਅਧੀਨ ਰਹਾਂਗਾ। ਉਸ ਸਿੰਘਾਸਣ ਤੇ ਜ਼ਾਲਮ ਬੈਠ ਗਿਆ ਸੀ। ਇਸੇ ਕਰਕੇ ਬਾਜਾਂ ਵਾਲੇ ਪਿਤਾ ਜੀਆਂ ਨੇ ਕਿਹਾ ਹੈ, ਮੇਰਾ ਖਾਲਸਾ ਕਦੇ ਸਹੁੰ ਨਾ ਖਾਵੇ, ਜੂਆ ਨਾ ਖੇਡੇ। ਇਸ ਤੋਂ ਉਪਰੰਤ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਹੋਰ ਬੜੇ ਮਹਾਨ ਸੂਰਬੀਰ ਜਿਨ੍ਹਾਂ ਦੇ ਸ਼ਸਤਰਾਂ ਅਸਤਰਾਂ ਦੀ ਮਿਸਾਲ ਦਿੱਤੀ ਜਾਂਦੀ ਸੀ ਸੰਸਾਰ ਦੇ ਵਿੱਚ, ਇਹਦੇ ਪੰਜੇ ਪਤੀ 5 ਪਾਂਡਵ ਬੈਠੇ ਸੀ। ਉਹਨਾਂ ਵੱਲ ਜਦੋਂ ਤੱਕਦੀ ਹੈ, ਇਹਨਾਂ ਨੇ ਤਾਂ ਮੈਨੂੰ ਹਾਰ ਦਿੱਤਾ ਹੈ। ਇਸੇ ਤਰ੍ਹਾਂ ਕਿਰਪਾਚਾਰੀਆ ਜੋ ਕੁੱਲ ਗੁਰੂ ਬੈਠਾ ਹੈ, ਜੋ ਭਾਰਤ ਵੰਸ਼ ਦੀ ਮਰਿਆਦਾ ਦੱਸਦਾ ਹੈ। ਇਹ ਮਰਿਆਦਾ ਹੈ ਕਿ ਕੁੱਲ ਵਧੂ ਨੂੰ ਜਿਸ ਤਰ੍ਹਾਂ ਰਾਜ්‍ය ਸਭਾ ਦੇ ਵਿੱਚ ਵਸਤਰਾਂ ਤੋਂ ਭਾਵ ਕੀਤਾ ਜਾਵੇ, ਨਗਨ ਕੀਤਾ ਜਾਵੇ, ਐਸੇ ਮਹਾਬਲੀ ਯੋਧੇ ਬੈਠੇ ਹਨ। ਪਰ ਫਿਰ ਵੀ ਸਭ ਦੀਆਂ ਨੀਵੀਆਂ ਪੈ ਗਈਆਂ ਹਨ। ਜਿਸ ਤਰ੍ਹਾਂ ਅੰਤਰ ਬਿਰਤੀ ਹੋ ਕੇ ਧਿਆਨ ਧਰਦੀ ਹੈ, ਹਾਹਾ ਕ੍ਰਿਸ਼ਨ ਕਰੈ ਬਿਲ ਲਾਂਦੀ, ਭਗਵਾਨ ਕ੍ਰਿਸ਼ਨ ਜੀਆਂ ਨੂੰ ਯਾਦ ਕੀਤਾ, ਕੱਪੜ ਕੋਟ ਉਸਾਰਿਆਂ। ਮਹਾਰਾਜ ਜੀਆਂ ਦੀ ਜਿਸ ਤਰ੍ਹਾਂ ਸਾਧ ਸੰਗਤ ਜੀ ਬਾਣੀ ਗਵਾਹੀ ਦਿੰਦੀ ਹੈ, ਅਕਾਲ ਪੁਰਖ ਵਾਹਿਗੁਰੂ ਨੇ ਉਸ ਦੀ ਰੱਖਿਆ ਕੀਤੀ ਹੈ। ਇਸੇ ਤਰ੍ਹਾਂ ਹੀ ਹਰਿ ਸੱਜਣ ਦਾਵਣ ਲੱਗਿਆ। ਜਿਸ ਸਮੇਂ ਉਸ ਨੇ ਸੱਜਣ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਪਕੜਿਆ, ਦਾਵਣ ਪਕੜਿਆ, ਹਜੂਰ ਕਹਿੰਦੇ ਹਨ, ਹਾਂਜੀ ਕਿਸੈ ਨਾ ਦੇਈ ਬੰਨ। ਫਿਰ ਹਜੂਰ ਕਿਸੇ ਦੇ ਅੱਗੇ ਬੰਨ ਕੇ ਨਹੀਂ ਸੁੱਟਦੇ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਐਸੀ ਕਿਰਪਾ ਕੀਤੀ, ਉਹ ਜ਼ਾਲਮ ਥੱਕ ਗਏ ਸਨ ਉਸ ਦ੍ਰੋਪਦੀ ਦੇ ਵਸਤਰ ਲਾਉਂਦੇ ਹੋਏ, ਪਰ ਕੱਪੜਾ ਮੁੱਕਣ ਤੇ ਨਾ ਆਇਆ। ਮਹਾਰਾਜ ਜੀ ਇਸੇ ਤਰ੍ਹਾਂ ਕਹਿੰਦੇ ਹਨ, ਜੇ ਤੂੰ ਕਾਲ ਪੁਰਖ ਵਾਹਿਗੁਰੂ ਦਾ ਪੱਲਾ ਪਕੜ ਲਏਗਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜੇ ਕਾਲ ਪੁਰਖ ਵਾਹਿਗੁਰੂ ਨੇ ਤੇਰੇ ਸਿਰ ਤੇ ਹੱਥ ਰੱਖ ਦਿੱਤਾ, ਹਜੂਰ ਕਿਰਪਾ ਕਰਦੇ ਹਨ,
ਹਰੀ ਦਾ ਨਾਮ ਦਿੰਦੇ ਹਨ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ, ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨ ਕਰਦਿਆਂ ਹੀ ਵੱਡੇ ਵੱਡੇ ਪਾਪ ਨਾਸ਼ ਹੋ ਜਾਂਦੇ ਹਨ। ਨਿਸਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੈ ਸੁਤ ਭਾਨ ਡਰਿਓ। ਜੇ ਤੇਰੇ ਮਨ ਵਿੱਚ ਜਮਾਂ ਦਾ ਡਰ ਹੈ, ਹਜੂਰ ਕਹਿੰਦੇ ਹਨ ਕਾਲ ਪੁਰਖ ਵਾਹਿਗੁਰੂ ਦਾ ਤੂੰ ਪੱਲਾ ਪਕੜ ਲਾ, ਸੋ ਨਾਮ ਸੁਣੈ ਸੁਤ ਭਾਨ ਡਰਿਓ। ਸੂਰਜ ਦਾ ਪੁੱਤਰ ਯਮਰਾਜ ਵੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਨਾਮ ਸੁਣਿਆ ਥੜ ਥੜ ਕੰਬਦਾ ਹੈ। ਫਿਰ ਹਜੂਰ ਤੈਨੂੰ ਕਿਸੇ ਦੇ ਅੱਗੇ ਬੰਨ ਕੇ ਨਹੀਂ ਸੁੱਟਣਗੇ। ਮਾਣਕ ਮੋਤੀ ਨਾਮ ਪ੍ਰਭ, ਮਾਣਕ ਮੋਤੀ ਨਾਮ ਪ੍ਰਭ। ਸਾਧ ਸੰਗਤ ਜੀ ਗੁਰੂ ਦਰਿਆਓ ਮਹਾਰਾਜ ਜੀ ਗੁਰੂ ਸਾਗਰ, ਦਰਿਆਓ ਸਭ ਸਿੱਖੀ। ਜਿਸ ਤਰ੍ਹਾਂ ਮਹਾਰਾਜ ਜੀ ਆਪ ਦਰਿਆ ਦੀ ਨਿਆਈ ਹਨ, ਜੋ ਸਾਧ ਸੰਗਤ ਹੈ ਮਹਾਰਾਜ ਜੀਆਂ ਦੇ ਗੁਰਸਿੱਖ ਹਨ। ਨਦੀਆਂ ਦੀ ਨਿਆਈ ਪਹਾੜਾਂ ਨੂੰ ਚੀਰਦੇ ਹੋਏ ਸਮੁੰਦਰ ਵਿੱਚ ਜਾ ਰਲਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਿਆ ਦੀ ਨਿਆਈ ਹਨ। ਧੰਨ ਗੁਰੂ ਕੇ ਸਿੱਖ ਜਿਨ੍ਹਾਂ ਵਿੱਚ ਗੁਰਸਿੱਖੀ ਦਰਿਆ ਵਾਂਗੂ ਚੱਲਦੀ ਹੈ, ਜਿਨ੍ਹਾਂ ਦੇ ਨੇਤਰ ਸਾਧ ਸੰਗਤ ਜੀ ਹਰ ਸਮੇਂ ਹਜੂਰ ਦੇ ਦਰਸ਼ਨਾਂ ਨੂੰ ਲੋਚਦੇ ਹਨ। ਐਸੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਸਾਧ ਸੰਗਤ ਜੀ ਐਸੇ ਸਮੁੰਦਰ ਹਨ। ਸੰਸਾਰ ਦੇ ਸਮੁੰਦਰ ਵਿੱਚੋਂ 14 ਰਤਨ ਮੰਨੇ ਜਾਂਦੇ ਹਨ, ਨਿਕਲੇ ਹਨ, ਪਰ ਹਜੂਰ ਦੇ ਦਰਬਾਰ ਵਿੱਚ ਬੇਅੰਤ ਰਤਨ ਹਨ, ਬੇਅੰਤ ਗੁਣ ਹਜੂਰ ਬਖਸ਼ਦੇ ਹਨ। ਮਹਾਰਾਜ ਜੀਆਂ ਦਾ ਸ਼ਬਦ ਸੁਣ ਕੇ ਗੁਰਸਿੱਖ ਨਿਮਰੀ ਭੂਤ ਹੋ ਜਾਂਦੇ ਹਨ। ਇਸੇ ਤਰ੍ਹਾਂ ਸਮੁੰਦਰ ਖਾਰਾ ਹੈ, ਪਰ ਹਜੂਰ ਦੀ ਸਤ ਸੰਗਤ ਦਾ ਸਮੁੰਦਰ ਸਾਧ ਸੰਗਤ ਜੀ ਅੰਮ੍ਰਿਤ ਬਚਨ ਕੀ ਬ੍ਰਿਸ਼ਟ ਭਾਵ ਅੰਮ੍ਰਿਤ ਬਾਣੀ ਦੀ ਵਰਖਾ ਹਜੂਰ ਕਰਦੇ ਹਨ। ਮਾਣਕ ਮੋਤੀ ਨਾਮ ਪ੍ਰਭ, ਜੋ ਸਾਧ ਸੰਗਤ ਜੀ ਪ੍ਰੇਮ ਹੈ ਇਹ ਮਾਣਕ ਦੀ ਨਿਆਈ, ਮੋਤੀਆਂ ਦੀ ਨਿਆਈ। ਮਹਾਰਾਜ ਜੀਆਂ ਦਾ ਜੋ ਬਰਾਗ ਹਿਰਦੇ ਵਿੱਚ ਪੈਦਾ ਹੋਣਾ, ਮਾਣਕ ਮੋਤੀ ਨਾਮ ਪ੍ਰਭ, ਹਰੀ ਦਾ ਜੋ ਨਾਮ ਹੈ। ਉਨ ਲੱਗੈ ਨਾਹੀ ਸੰਨ, ਸਾਧ ਸੰਗਤ ਜੀ ਉਨ ਲੱਗੈ ਨਾਹੀ ਸੰਨ। ਪੁਰਾਣੇ ਸਮੇਂ ਦੇ ਵਿੱਚ ਜਦੋਂ ਘਰ ਵਿੱਚ ਕੋਈ ਧਨ ਦੌਲਤ ਹੁੰਦਾ ਸੀ, ਪਿਛਲੀ ਕੰਧ ਰਾਹੀਂ ਕੋਈ ਪਾੜ ਕੇ ਕੰਧ ਨੂੰ ਭਾਵ ਉਸ ਨੂੰ ਕਹਿੰਦੇ ਹਨ ਥੋੜਾ ਜਿਹਾ ਖੱਪਾ ਕਰਕੇ, ਕੱਚੀਆਂ ਕੰਧਾਂ ਹੁੰਦੀਆਂ ਸੀ, ਸੰਨ ਲਾ ਕੇ ਚੋਰ ਚੋਰੀ ਕਰਕੇ ਲੈ ਜਾਂਦਾ ਸੀ। ਪਰ ਇਹ ਨਾਮ ਪਦਾਰਥ ਕੈਸਾ ਹੈ, ਨਾਮ ਦੇ ਹੀਰੇ ਕੈਸੇ ਹਨ। ਹਜੂਰ ਕਹਿੰਦੇ ਹਨ ਇਸ ਨੂੰ ਕੋਈ ਚੋਰ ਤੇਰੇ ਤੋਂ ਚੁਰਾ ਕੇ ਨਹੀਂ ਲਿਜਾ ਸਕਦਾ। ਰੰਗ ਸਭੇ ਨਾਰਾਇਣ, ਜਿੰਨੇ ਵੀ ਰੰਗ ਹਨ ਭਾਵ ਜਿੰਨੇ ਵੀ ਆਨੰਦ ਹਨ, ਮਹਾਰਾਜ ਜੀ ਕਹਿੰਦੇ ਹਨ ਸਭੈ ਨਾਰਾਇਣ ਹੈ। ਉਸ ਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚੋਂ ਹੀ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੇ ਹਨ। ਜਿੰਨੇ ਵੀ ਸੰਸਾਰ ਦੇ ਲੋਕ ਰਸ ਕਸ ਭਾਲਦੇ ਹਨ, ਮਹਾਰਾਜ ਜੀ ਕਹਿੰਦੇ ਹਨ ਸਭੈ ਨਾਰਾਇਣ ਹੈ। ਜੋ ਨਰਾਂ ਦੇ ਵਿੱਚ ਆਇਣ ਘਰ ਜਿਸ ਨੇ ਪਾਇਆ ਹੈ, ਜੋ ਦਇਆਲ ਹੈ, ਦਇਆ ਦਾ ਆਲ ਘਰ ਹੈ, ਦਇਆ ਕਰਨ ਦੀ ਜਿਸ ਨੂੰ ਆਦਤ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਰ ਜੇਠ ਜੁੜੰਦਾ ਲੋੜੀਐ ਮਣਾ। ਉਹਨਾਂ ਸਤਿਗੁਰਾਂ ਦੇ ਨਾਲ ਜੁੜਨ ਦੇ ਬਾਬਤ ਤੂੰ ਵੀ ਮਨ ਦੇ ਵਿੱਚ ਤਾਂਗ ਪੈਦਾ ਕਰ। ਜੇਤੇ ਮਨ ਭਾਵਨ, ਜਿੰਨੇ ਵੀ ਤੇਰੇ ਮਨ ਦੀਆਂ ਇੱਛਾ ਹਨ, ਹਜੂਰ ਦੇ ਚਰਨਾਂ ਕਮਲਾਂ ਦੇ ਨਾਲ ਲੱਗਿਆ ਹੀ ਤੇਰੀਆਂ ਪੂਰੀਆਂ ਹੋ ਜਾਣਗੀਆਂ। ਜੋ ਹਰ ਲੋੜੇ ਸੋ ਕਰੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਬੇਪਰਵਾਹ ਹਨ। ਮਹਾਰਾਜ ਜੀ ਕਿਸੇ ਦੇ ਮੁਹਤਾਜ ਨਹੀਂ। ਮਹਾਰਾਜ ਜੀ ਜੋ ਚਾਹੁੰਦੇ ਹਨ ਉਹੀ ਕਰਦੇ ਹਨ। ਸੋਈ ਜੀ ਕਰਨ, ਉਹੀ ਮਹਾਰਾਜ ਜੀ ਕਹਿੰਦੇ ਹਨ ਜੀਵ ਕਰਦੇ ਹਨ। ਚਰਗਾਂ ਬਾਜਾਂ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਗੁਰਬਾਣੀ ਵਿੱਚ ਬਚਨ ਆਉਂਦੇ ਹਨ, ਛੀਹਾਂ ਬਾਜਾਂ ਚਰਗਾਂ ਕੁਹੀਆਂ ਤਿਨਾ ਖਵਾਲੇ ਘਾਹ, ਕਾਹ ਖਵਾਣ ਤਿਨਾ ਮਾਸ ਖਵਾਲੇ। ਮਹਾਰਾਜ ਜੀ ਕਹਿੰਦੇ ਹਨ ਜੋ ਮਾਸਾਹਾਰੀ ਜੀਵ ਹਨ, ਹਜੂਰ ਚਾਹੁਣ ਉਹਨਾਂ ਨੂੰ ਘਾਹ ਖਵਾ ਦੇਣ। ਇਸੇ ਤਰ੍ਹਾਂ ਜੋ ਘਾਹ ਖਾਣ ਵਾਲੇ ਹਨ, ਮਹਾਰਾਜ ਜੀਆਂ ਦੀ ਮੌਜ ਹੈ। ਜਿਸ ਤਰ੍ਹਾਂ ਉਹਨਾਂ ਨੂੰ ਚਾਹੇ ਮਾਸ ਖਵਾ ਦੇਵੇ, ਨਦੀਆਂ ਵਿੱਚ ਟਿੱਬੇ ਦਿਖਲਾਵੇ। ਮਹਾਰਾਜ ਜੀ ਕਹਿੰਦੇ ਹਨ ਚਾਹੇ ਨਦੀਆਂ ਦੇ ਵਿੱਚ ਹਜੂਰ ਟਿੱਬੇ ਦਿਖਾ ਦੇਣ। ਸਾਧ ਸੰਗਤ ਜੀ ਨਦੀਆਂ ਦੀ ਨਿਆਈ ਜਿਸ ਤਰ੍ਹਾਂ ਗੁਰਸਿੱਖੀ ਵਿੱਚ ਬੜਾ ਪਰਪੱਖ ਹੋਵੇ,
ਪਰ ਮਨ ਦੇ ਵਿੱਚ ਜੇ ਹਉਮੈ ਹੰਕਾਰ ਆ ਜਾਵੇ, ਮੈਂ ਤਾਂ ਬੜਾ ਗੁਰਸਿੱਖ ਹਾਂ, ਹਜੂਰ ਸਾਧ ਸੰਗਤ ਜੀ ਉੱਥੇ ਟਿੱਬੇ ਵੀ ਦਿਖਾ ਸਕਦੇ ਹਨ। ਟਿੱਬਿਆਂ ਤੋਂ ਭਾਵ ਮਨ ਵਿੱਚ ਸ਼ੰਕੇ ਵੀ ਹਜੂਰ ਪਾ ਸਕਦੇ ਹਨ ਕਿ ਗੁਰਸਿੱਖੀ ਤੋਂ ਹੀ ਬੇਮੁਖ ਹੋ ਜਾਵੇ। ਇਸੇ ਤਰ੍ਹਾਂ ਮਾਰੂਥਲ ਦੀ ਨਿਆਈ, ਜਿਸ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਸੁੱਕੇ ਹਨ, ਸੰਸਾਰ ਸੋਚਦਾ ਵੀ ਨਹੀਂ ਹੈ ਕਿ ਇਹ ਵੀ ਕਦੇ ਗੁਰੂ ਕਾ ਸਿੱਖ ਬਣੇਗਾ, ਪਰ ਮਹਾਰਾਜ ਜੀ ਉੱਥੇ ਹਰਿਆ ਭਰਿਆ ਰੁੱਖ ਲਾ ਦਿੰਦੇ ਹਨ। ਗੁਰਸਿੱਖੀ ਦਾ ਬੀਜ ਬੀਜ ਕੇ ਹਜੂਰ ਉਸ ਨੂੰ ਪ੍ਰਫੁੱਲਤ ਕਰਦੇ ਹਨ। ਇਸੇ ਕਰਕੇ ਜੋ ਹਜੂਰ ਦੇ ਪ੍ਰੇਮ ਵਾਲੇ ਗੁਰਸਿੱਖ ਸਦਾ ਹੀ ਝੁਕੇ ਰਹਿੰਦੇ ਹਨ। ਮਹਾਰਾਜ ਜੀ ਆਪ ਜੀਆਂ ਦੀ ਮੌਜ ਹੈ, ਚਾਹੇ ਹਜੂਰ ਆਪ ਸਾਨੂੰ ਕਿਤੇ ਵੀ ਲਾ ਸਕਦੇ ਹੋ। ਇਸੇ ਕਰਕੇ ਕਹਿੰਦੇ ਨੇ ਹਰ ਜੇਠ ਜੁੜੰਦਾ ਲੋੜੀ ਹੈ। ਮਹਾਰਾਜ ਜੀ ਆਪ ਜੀਆਂ ਦੀ ਸੇਵਾ ਨੂੰ ਹੀ ਸਦਾ ਸਾਡਾ ਮਨ ਹਜੂਰ ਲੋਚੇ। ਆਪ ਜੀਆਂ ਦੇ ਪ੍ਰੇਮ ਦਾ ਹੀ ਮਹਾਰਾਜ ਜੀ ਸਦਾ ਸਾਨੂੰ ਪਦਾਰਥ ਮਿਲੇ। ਹਜੂਰ ਆਪ ਸਭ ਤੋਂ ਵੱਡੇ ਜੇਠ ਹੋ। ਮਹਾਰਾਜ ਜੀ ਕਿਰਪਾ ਕਰੋ, ਆਪ ਸਾਡੇ ਹਿਰਦੇ ਵਿੱਚ ਆ ਕੇ ਨਿਵਾਸ ਕਰ ਜਾਵੋ। ਜੋ ਪ੍ਰਭ ਕੀਤੇ ਆਪਣੇ। ਮਹਾਰਾਜ ਜੀ ਕਹਿੰਦੇ ਹਨ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਹੈ। ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਸਮੇਂ ਗੁਰਸਿੱਖ ਪੁੱਛਦੇ ਹਨ, ਮਹਾਰਾਜ ਜੀ ਆਪ ਜੀ ਸਾਨੂੰ ਕਿੰਨਾ ਪ੍ਰੇਮ ਕਰਦੇ ਹੋ। ਮਹਾਰਾਜ ਜੀਆਂ ਨੇ ਪ੍ਰਮਾਣ ਦੇ ਕੇ ਦੱਸਿਆ ਸੀ ਕਿ ਮਹਾਰਾਜ ਜੀ ਕਹਿੰਦੇ ਹਨ ਜੇ ਕਿਸੇ ਮਾਤਾ ਨੂੰ ਪੁੱਛੀਏ ਆਪਣੇ ਪੁੱਤਰ ਨੂੰ ਕਿੰਨਾ ਪ੍ਰੇਮ ਕਰਦੀ ਹੈ, ਮਾਤਾ ਕਹਿੰਦੀ ਹੈ ਕੀ ਦੱਸਾਂ ਮੈਂ ਆਪਣੇ ਪੁੱਤਰ ਨੂੰ ਕਿੰਨਾ ਪ੍ਰੇਮ ਕਰਦੀ ਹਾਂ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਗੁਰਸਿੱਖਾ ਕੀ ਦੱਸ ਦਈਏ ਤੈਨੂੰ ਕਿੰਨਾ ਪ੍ਰੇਮ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਹਨ ਆਪਣ ਪਉ ਸ੍ਰੀ ਖਾਲਸੇ ਸੌਂਪਾ, ਅਸੀਂ ਤਾਂ ਆਪਣਾ ਆਪ ਖਾਲਸੇ ਨੂੰ ਸੌਂਪ ਦਿੱਤਾ ਹੈ। ਦੁੱਤਿਆ ਰੂਪ ਸਤਿਗੁਰੂ ਗ੍ਰੰਥਾ, ਸਾਡਾ ਦੂਸਰਾ ਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ। ਐਸੇ ਬਾਜਾਂ ਵਾਲੇ ਪਿਤਾ ਜੀ ਜੋ ਕਹਿੰਦੇ ਹਨ ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇਰਾ, ਸਾਡਾ ਇਹ ਖਾਲਸਾ ਪੰਥ ਮਹਾਰਾਜ ਜੀ ਕਹਿੰਦੇ ਹਨ ਸਦਾ ਵਸਦਾ ਰਹਿਣਾ ਚਾਹੀਦਾ ਹੈ। ਹਜੂਰ ਕਹਿੰਦੇ ਹਨ ਜੋ ਪ੍ਰਭ ਕੀਤਾ ਆਪਣਾ, ਜੇ ਦੇਖਿਆ ਜਾਵੇ ਕਿਸੇ ਵੀ ਪਦਾਰਥ ਤੇ ਹਜੂਰ ਨੇ ਮਿਹਰ ਨਹੀਂ ਕੀਤੀ। ਜੇ ਮਿਹਰ ਕੀਤੀ ਹੈ ਹਜੂਰ ਨੇ ਆਪਣੇ ਖਾਲਸੇ ਤੇ ਕੀਤੀ ਹੈ। ਮਹਾਰਾਜ ਜੀ ਕਹਿੰਦੇ ਹਨ ਹਾਂਜੀ ਇਸੇ ਤਰ੍ਹਾਂ ਹੀ ਜੋ ਪ੍ਰਭ ਕੀਤੇ ਆਪਣੇ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਗੁਰਸਿੱਖਾਂ ਦੇ ਘਰਾਂ ਵਿੱਚ ਜਨਮ ਦੇ ਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਹਜੂਰ ਨੇ ਖਾਲਸੇ ਪੰਥ ਵਿੱਚ ਆਪਣਾ ਬਣਾ ਲਿਆ ਹੈ। ਸੇਈ ਕਹੀ ਹੈ ਧੰਨ। ਮਹਾਰਾਜ ਜੀ ਕਹਿੰਦੇ ਹਨ ਉਹਨਾਂ ਨੂੰ ਧੰਨ ਕਹਿਣਾ ਚਾਹੀਦਾ ਹੈ। ਸਤਿਗੁਰ ਦਰਸ਼ਨ ਧੰਨ ਹੈ। ਧੰਨ ਧੰਨ ਗੁਰਸਿੱਖ ਪਰਸਨ ਆਇਆ। ਮਹਾਰਾਜ ਜੀ ਕਹਿੰਦੇ ਹਨ ਸਤਿਗੁਰਾਂ ਦੇ ਦਰਸ਼ਨ ਧੰਨ ਹਨ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਹਨ ਧੰਨ ਧੰਨ ਗੁਰਸਿੱਖਾਂ ਦੇ ਨਾਲ 2 ਵਾਰੀ ਧੰਨ ਉਹਨਾਂ ਨੇ ਕਿਹਾ ਹੈ ਜੋ ਹਜੂਰ ਦੇ ਦਰਸ਼ਨ ਕਰਨ ਆਏ ਹਨ। ਹਜੂਰ ਦੇ ਦਰਸ਼ਨ ਤਾਂ ਧੰਨਤਾ ਯੋਗ ਹਨ, ਪਰ ਜਿਨ੍ਹਾਂ ਤੇ ਹਜੂਰ ਵਿਸ਼ੇਸ਼ ਕਰਕੇ ਕਿਰਪਾ ਕਰਦੇ ਹਨ ਉਹਨਾਂ ਨੂੰ ਹਜੂਰ ਆਪਣੇ ਦਰਸ਼ਨ ਦਿਦਾਰੇ ਬਖਸ਼ਦੇ ਹਨ। ਹਜੂਰ ਕਹਿੰਦੇ ਹਨ ਧੰਨ ਧੰਨ ਗੁਰਸਿੱਖ ਪਰਸਨ ਆਇਆ। ਹਰ ਜੇਠ ਜੜੰਦਾ ਲੋੜੀਐ ਜੇ ਸੱਗੇ ਸਭ ਨਿਵੰਨ, ਜਦੋਂ ਹਜੂਰ ਦੇ ਅੱਗੇ ਆ ਕੇ ਤੂੰ ਨਿਵੇਂਗਾ ਤੇਰੇ ਮਨ ਦੇ ਵਿੱਚ ਵੀ ਜੇਠ ਦੇ ਮਹੀਨੇ ਦੇ ਦੁਆਰਾ ਹਜੂਰ ਉਪਦੇਸ਼ ਦਿੰਦੇ ਹਨ। ਸਤ ਸੰਤੋਖ ਦਇਆ ਧਰਮ ਸ਼ੁਭ ਗੁਣ ਤੇਰੇ ਮਨ ਦੇ ਵਿੱਚ ਆ ਜਾਣਗੇ। ਆਪਣ ਲੀਆ ਜੇ ਮਿਲੈ। ਮਹਾਰਾਜ ਜੀ ਕਹਿੰਦੇ ਹਨ ਜੇ ਆਪਣੀ ਮਹਾਰਾਜ ਜੀਆਂ ਅੱਗੇ ਅਰਦਾਸ ਕਰਿਆ ਕਰ। ਹਜੂਰ ਜੇ ਆਪਣੀ ਲਿਆਕਤ ਦੇ ਨਾਲ ਆਪਣੇ ਬਲ ਦੇ ਨਾਲ ਹਜੂਰ ਜੇ ਆਪ ਜੀ ਪ੍ਰਾਪਤ ਹੋ ਜਾਂਦੇ ਵਿਛੜ ਕਿਉ ਰੋਵਨ। ਤੇ ਫਿਰ ਇਹ ਜੀਵ ਮਹਾਰਾਜ ਜੀ ਵਿਛੜ ਕੇ ਕਿਉਂ ਚੋਟਾ ਖਾਂਦੇ, ਕਿਉਂ ਰੋਂਦੇ। ਜਿਸ ਤਰ੍ਹਾਂ ਉਪਦੇਸ਼ ਆ ਰਿਹਾ ਸੀ ਮਹਾਰਾਜ ਜੀ ਬੜਾ ਦੁੱਖ ਹੈ ਸੰਸਾਰ ਦੇ ਵਿੱਚ, ਮਹਾਰਾਜ ਜੀ ਕਿਰਪਾ ਕਰੋ। ਹਜੂਰ ਨੇ ਕਿਹਾ ਸੀ ਹਰ ਕੋ ਨਾਮ ਸਦਾ ਸੁਖਦਾਈ, ਸਦਾ ਸੁੱਖਾਂ ਦੇ ਦੇਣ ਵਾਲਾ ਹਰੀ ਦਾ ਨਾਮ ਹੈ। ਮਹਾਰਾਜ ਜੀ ਅੱਗੇ ਅਰਦਾਸ ਕਰੀਏ। ਮਹਾਰਾਜ ਜੀ ਜੇ ਆਪਣੀ ਲਿਆਕਤ ਨਾਲ ਆਪ ਜੀਆਂ ਨੂੰ ਪਾ ਲੈਂਦੇ ਜ਼ੋਰ ਨਾਲ, ਮਹਾਰਾਜ ਜੀ ਫਿਰ ਕਿੱਥੇ ਵਿਚਰਨਾ ਸੀ। ਮਹਾਰਾਜ ਜੀ ਸਾਡਾ ਜ਼ੋਰ ਨਹੀਂ ਜੇ ਚੱਲਦਾ, ਆਪ ਕਿਰਪਾ ਕਰੋ ਸਾਡੇ ਹਿਰਦੇ ਵਿੱਚ ਆ ਕੇ ਨਿਵਾਸ ਕਰ ਜਾਵੋ। ਸਾਧੂ ਸੰਗ ਪ੍ਰਾਪਤੇ। ਮਹਾਰਾਜ ਜੀ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਸਾਧੂ ਸੰਗ ਪ੍ਰਾਪਤੇ, ਜੋ ਮਨ ਨੂੰ ਸਾਧਨ ਦੇ ਰਸਤੇ ਤੇ ਤੁਰੇ ਹਨ। ਸਾਧ ਨਾਮ ਮਨ ਕੀ ਇਕਾਗਰਤਾ ਕੋ ਬਖਾਨੀ ਹੈ। ਜਿਸ ਤਰ੍ਹਾਂ ਜੋ ਮਨ ਨੂੰ ਸਾਧਨ ਦੇ ਰਸਤੇ ਤੇ ਤੁਰੇ ਹਨ,
ਜੋ ਗੁਰਸਿੱਖ ਸਦਾ ਹੀ ਹਜੂਰ ਅੱਗੋਂ ਮਨ ਨੂੰ ਸਾਧਨ ਦੇ ਉਪਾਅ ਪੁੱਛਦੇ ਹਨ, ਜੋ ਸਤ ਸੰਗਤ ਵਿੱਚ ਆ ਸੱਜਦੇ ਹਨ, ਜੋ ਮਹਾਰਾਜ ਜੀਆਂ ਦੀ ਸਤ ਸੰਗਤ ਹੈ। ਹਜੂਰ ਕਹਿੰਦੇ ਹਨ ਸਤ ਸੰਗਤ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਰੰਗ ਮਾਣਨ, ਫਿਰ ਜਿੰਨੇ ਵੀ ਰੰਗ ਹਨ ਜ਼ਿੰਦਗੀ ਰੰਗੀਨ ਹੋ ਜਾਂਦੀ ਹੈ। ਹਜੂਰ ਕਿਰਪਾ ਦੀ ਦ੍ਰਿਸ਼ਟੀ ਕਰਦੇ ਹਨ। ਹਰ ਜੇਠ ਰੰਗੀਲਾ ਤਿਸ ਧਣੀ, ਮਹਾਰਾਜ ਜੀ ਕਹਿੰਦੇ ਹਨ ਇਸ ਜੇਠ ਦੇ ਮਹੀਨੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਹਨ ਜੋ ਰੰਗੀਲਾ ਅਕਾਲ ਪੁਰਖ ਵਾਹਿਗੁਰੂ ਤੇਰੀ ਜ਼ਿੰਦਗੀ ਨੂੰ ਰੰਗ ਦੇਣ ਵਾਲਾ ਹੈ, ਧਣੀ ਜੋ ਪਰਮਾਤਮਾ ਹੈ। ਜਿਸ ਕੈ ਭਾਗ ਮਥਨ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਹੀ ਪ੍ਰਾਪਤ ਹੁੰਦਾ ਹੈ ਜਿਸ ਦੇ ਮਸਤਕ ਤੇ ਵਾਹਿਗੁਰੂ ਨੇ ਆਪ ਸ਼ੁਭ ਭਾਗ ਪਾਏ ਹੋਣ, ਜਿਸ ਦੇ ਮਸਤਕ ਤੇ ਹਜੂਰ ਨੇ ਸਤ ਸੰਗਤ ਦੀਆਂ ਘੜੀਆਂ ਲਿਖੀਆਂ ਹੋਣ। ਉਹੀ ਮਹਾਰਾਜ ਜੀ ਕਹਿੰਦੇ ਹਨ ਜੇਠ ਦੇ ਮਹੀਨੇ ਦਾ ਉਪਦੇਸ਼ ਹਜੂਰ ਦੀ ਸਤ ਸੰਗਤ ਵਿੱਚ ਆ ਕੇ ਸ਼ਰਵਣ ਕਰਦੇ ਹਨ ਪ੍ਰੇਮ ਦੇ ਨਾਲ, ਜਿਨ੍ਹਾਂ ਦੇ ਮੱਥੇ ਤੇ ਹਜੂਰ ਨੇ ਸ਼ੁਭ ਭਾਗ ਪਾਏ ਹੋਣ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਮਹਾਰਾਜ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਅਖੀਰ ਤੇ ਮਹਾਰਾਜ ਜੀ ਉਚਾਰਦੇ ਹਨ, ਉਹਨਾਂ ਨੂੰ ਸਾਰੇ ਮਾਹ ਦਿਵਸ ਮੂਰਤ ਸਭ ਭਲੇ ਹਨ, ਜਿਨ੍ਹਾਂ ਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ। ਹਜੂਰ ਤੋਂ ਦਰਸ਼ਨ ਹੀ ਮੰਗੀਏ। ਮਹਾਰਾਜ ਜੀਆਂ ਦੇ ਦਰਸ਼ਨ ਹੀ ਇਸ ਕਲਯੁਗ ਦੇ ਵਿੱਚ ਭਾਰੀ ਪ੍ਰਤਾਪ ਦੇ ਸਹਿਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਤਖਤ ਤੇ ਸ਼ਸਤਰਾਂ ਦੇ ਸਮੇਤ ਸੱਜ ਬੈਠੇ ਹਨ। ਗੁਰਸਿੱਖ ਸੰਗਤਾਂ ਆਪਣੇ ਮਹੀਨੇ ਨੂੰ ਸਫਲ ਕਰਨ ਵਾਸਤੇ ਹਜੂਰ ਦੇ ਦਰਸ਼ਨ ਦਿਦਾਰੇ ਅੰਮ੍ਰਿਤ ਵੇਲੇ ਤੋਂ ਕਰ ਰਹੇ ਹਨ। ਜਿੱਥੇ ਗੁਰਸਿੱਖ ਸੰਗਤਾਂ ਸੋਚਦੀਆਂ ਹਨ ਮਣਾ ਹਜੂਰ ਦੇ ਦਰਸ਼ਨ ਕੀਤਿਆਂ ਸਾਰਾ ਮਹੀਨਾ ਹੀ ਸਫਲ ਲੰਘੇਗਾ। ਜੇ ਸਾਧ ਸੰਗਤ ਜੀ ਨਿਤਾ ਪ੍ਰਤੀ ਹਜੂਰ ਦੇ ਜੇ ਦਰਸ਼ਨ ਆਪਾਂ ਕਰੀਏ ਸਾਰੀ ਉਮਰ ਹੀ ਸਫਲ ਹੋ ਜਾਵੇ। ਹਜੂਰ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਜੀ ਕਿਰਪਾ ਕਰਨ। ਹਰ ਜੇਠ ਜੁੜਨ ਦਾ ਲੋੜੀ ਹੈ। ਆਪਾਂ ਵੀ ਹਜੂਰ ਅੱਗੇ ਅਰਦਾਸ ਕਰੀਏ ਮਹਾਰਾਜ ਜੀ ਜੇਠ ਦੇ ਮਹੀਨੇ ਵਿੱਚ ਸਾਡੇ ਵੀ ਮਨ ਵਿੱਚ ਤਾਂਘ ਪੈਦਾ ਹੋ ਜਾਵੇ ਆਪ ਜੀਆਂ ਦੇ ਦਰਸ਼ਨਾਂ ਦੀ, ਆਪ ਜੀਆਂ ਦੀ ਗੁਰਬਾਣੀ ਵਿੱਚ ਸਾਡਾ ਵੀ ਮਨ ਲੱਗ ਜਾਵੇ। ਮਹਾਰਾਜ ਜੀ ਕਿਰਪਾ ਕਰਨ। ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਜੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਆਪਨ ਲੀਆ ਜੇ ਮਿਲੈ, ਵਿਛੜ ਕਿਉ ਰਵੰਨ, ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਜੇਠ ਮਹੀਨੇ ਦੇ ਪ੍ਰਥਾਏ ਜਿਹੜਾ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਉਸ ਦੀ ਕਥਾ ਵਿਚਾਰ ਗਿਆਨੀ ਕਰਨਵੀਰ ਸਿੰਘ ਜੀ ਸੁਣਾ ਰਹੇ ਸਨ। ਕੱਲ ਨੂੰ ਸਾਧ ਸੰਗਤ ਜੀ ਐਤਵਾਰ ਦੇ ਸਾਰੇ ਦਿਨ ਦੇ ਦੀਵਾਨ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਤੀਸਰੇ ਪਾਤਸ਼ਾਹ ਧੰਨ ਧੰਨ